ਗੱਲ ਰਾਜੇਵਾਲ ਸਾਹਿਬ ਦੀ ਜਿਸ ਤਰ੍ਹਾਂ ਕੱਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਆਪ ਨਾਲੋਂ ਬਿਲਕੁਲ ਹੁਣ ਨਖੇੜਾ ਕਰਕੇ ਉਹ ਚੱਲਣਗੇ। ਚੰਗਾ ਹੋਇਆ ਕਿ ਮੁਕੰਮਲ ਤੋੜ ਵਿਛੋੜਾ ਹੋ ਗਿਆ ਹੈਗਾ। ਰਾਜੇਵਾਲ ਸਾਹਿਬ ਨੇ ਬਿਲਕੁਲ ਦੁਰਸਤ ਕਿਹਾ ਹੈਗਾ ਕਿ 17 'ਚ ਕਿਸ ਤਰ੍ਹਾਂ ਵੱਡੇ ਪੱਧਰ ਤੇ ਟਿਕਟਾਂ ਦੀ ਵੇਚ-ਵੱਟ ਹੋਈ ਹੈਗੀ ਹੈ ਔਰ ਵੱਡੇ ਪੱਧਰ ਤੇ ਪੈਸੇ ਦਾ ਲੈਣ ਦੇਣ ਹੋਇਆ ਹੈਗਾ ਔਰ ਉਹੀ ਵਰਤਾਰਾ ਤਕਰੀਬਨ ਇਸ ਸਾਲ ਵੀ ਉਹ ਬਿਨਾਂ ਰੋਕ ਟੋਕ ਚੱਲਦਾ ਪਿਆ ਹੈਗਾ। ਤੁਹਾਡੇ ਸ਼ਹਿਰ 'ਚ ਤੁਸੀਂ ਪਟਿਆਲੇ ਰਹਿੰਦੇ ਹੋ, ਸ਼ਾਂਤੀ ਮਾਰਚ ਨਿਕਲਿਆ ਜਿਹੜੀ ਇਹ ਝੰਡਾ ਤਿਰੰਗੇ ਦੀ ਸਿਆਸਤ ਹੈਗੀ ਹੈ ਉਹ ਵੀ ਧਿਆਨ ਨਾਲ ਦੇਖੋ ਤੁਸੀਂ। ਤਿਰੰਗਾ ਕਿੱਥੇ ਚਲਾਇਆ? ਵੱਡੇ ਸ਼ਹਿਰਾਂ 'ਚ। ਤਿਰੰਗਾ ਚਲਾਇਆ ਪਠਾਨਕੋਟ ਤੇ ਗੁਰਦਾਸਪੁਰ ਦੀ ਹਿੰਦੂ ਬੈਲਟ ਵਿੱਚ। ਜਾਣਬੁੱਝ ਕੇ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀ ਸਮਾਜ ਨੂੰ। ਪਹਿਲੀ ਵਾਰ ਹੈ ਕਿਸੇ ਪਾਰਟੀ ਨੇ ਹਿੰਦੀ ਬੈਲਟ ਤੇ ਸ਼ਹਿਰਾਂ 'ਚ ਤਿਰੰਗਾ ਯਾਤਰਾਵਾਂ ਕੱਢੀਆਂ ਹੋਣ ਤੇ ਸ਼ਾਂਤੀ ਮਾਰਚ ਕੱਢੇ ਹੋਣ। ਜੋ ਦਿੱਲੀ ਵਿੱਚ ਮੁਸਲਮਾਨ ਭਰਾਵਾਂ ਦਾ ਕਤਲੇਆਮ ਹੋਇਆ ਹੈਗਾ ਔਰ ਦਿੱਲੀ ਦੰਗੇ ਹੋਏ CAA NPR ਤੇ NRC ਦੇ ਅੰਦੋਲਨ ਨੂੰ ਲੈ ਕੇ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਜੋ ਇੱਕ ਕਵਾਇਦ ਕੀਤੀ ਗਈ ਹੈ ਉੱਥੇ ਔਰ ਜਿਸ ਤਰ੍ਹਾਂ ਭੀੜਾਂ ਉਕਸਾ ਕੇ ਗੁਆਂਢੀ ਰਾਜਾਂ ਤੋਂ ਵੀ ਲਿਆਂਦੀਆਂ ਗਈਆਂ, ਉਸ ਵੇਲੇ ਦਿੱਲੀ ਸ਼ਾਂਤੀ ਮਾਰਚ ਦੀ ਲੋੜ ਸੀਗੀ। ਉਸ ਵੇਲੇ ਜਦ ਤੱਕ ਸੁਪਰੀਮ ਕੋਰਟ ਨੇ ਫਟਕਾਰ ਨਹੀਂ ਲਾਈ ਕੇਜਰੀਵਾਲ ਨੂੰ ਕਿ ਦਿੱਲੀ ਦਾ CM ਕੀ ਕਰ ਰਿਹਾ ਹੈਗਾ, ਉਦੋਂ ਤੱਕ ਉਹਨਾਂ ਦੰਗਾਗ੍ਰਸਤ ਇਲਾਕਿਆਂ ਵਿੱਚ ਨਹੀਂ ਗਏ, ਕੋਈ ਮਦਦ ਨਹੀਂ ਕੀਤੀ, ਕੋਈ ਸ਼ਾਂਤੀ ਮਾਰਚ ਨਹੀਂ ਕੱਢੇ। ਕਿਹੜੀ ਸਿਆਸਤ ਦੇ ਮਗਰ ਭਗਵੰਤ ਮਾਨ ਨੂੰ ਲੱਗ ਕੇ ਅੱਜ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਇਹ ਬੜੀ ਸ਼ਰਮ ਵਾਲੀ ਗੱਲ ਹੈ। ਉਹਨੂੰ ਕਿਵੇਂ ਪਤਾ ਸੀ ਕਿ ਇੱਥੇ ਇੱਕ ਮੋਦੀ ਸਾਹਿਬ ਦਾ ਕਾਫਲਾ ਰੁਕਣਾ ਹੈਗਾ? ਉੱਥੇ ਕਾਫਲੇ ਦੀ ਥਾਂ ਤੇ ਉਹ ਦੇਖਿਆ ਗਿਆ, ਮੋਦੀ ਦੇ ਕਾਰ ਦੇ ਨੇੜੇ ਦੇਖਿਆ ਗਿਆ। ਸੋ ਇਹਦਾ ਮਤਲਬ ਹੈ ਕਿ ਇਹਦੀ ਪ੍ਰੀ ਪਲਾਨ ਸਾਰੀ ਇਹ ਸਾਰਾ ਸਕ੍ਰਿਪਟ ਸੀਗਾ ਔਰ ਸਕ੍ਰਿਪਟ ਪਹਿਲਾਂ ਲਿਖਿਆ ਗਿਆ। ਆਮ ਆਦਮੀ ਪਾਰਟੀ ਵੀ, ਢੀਂਡਸਾ ਵੀ, ਕੈਪਟਨ ਵੀ ਤੇ ਭਾਜਪਾ ਵੀ, ਇਹ ਸਾਰੇ ਇਸ ਗੇਮ ਵਿੱਚ ਸ਼ਾਮਲ ਹੈਗੇ ਆ ਪੰਜਾਬ ਦੇ ਖਿਲਾਫ ਮਾਹੌਲ ਸਿਰਜਣ 'ਚ। ਮੈਂ ਇਹਨਾਂ ਨੂੰ ਦੋਸ਼ੀ ਮੰਨਦਾ। ਓਵਰਆਲ ਚੰਨੀ ਜਿਵੇਂ ਉਹਨਾਂ ਨੇ ਸਟੈਂਡ ਲਿਆ ਔਰ ਕਈ ਦਿੱਲੀ ਵਾਲੇ ਜਿਹੜੇ ਮੀਡੀਆ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਵੀ ਉਹ ਇੱਕ ਪਾਰਟੀ ਦੇ ਦਫ਼ਤਰ 'ਚੋਂ ਪੁੱਛ ਕੇ ਚੱਲਦੇ ਆ। ਚੰਨੀ ਸਾਹਿਬ ਨੇ ਬਹੁਤ ਹੀ ਇੱਕ ਜਮਹੂਰੀ ਸਟੈਂਡ ਲਿੱਤਾ, ਫੈਡਰਲਵਾਦੀ ਸਟੈਂਡ ਲਿੱਤਾ, ਫੈਡਰਲ ਅਧਿਕਾਰਾਂ ਦੇ ਹੱਕ 'ਚ ਮਤਲਬ ਉਹਨੂੰ ਸਪੋਰਟ ਕਰਦਾ ਸਟੈਂਡ ਲਿੱਤਾ ਹੈਗਾ ਔਰ ਸਹੀ ਆਇਨਾ ਦਿਖਾਇਆ ਕਿ ਟੋਟਲ ਪਿਕਚਰ ਕੀ ਹੈ। ਸਿੱਧੂ ਸਾਹਿਬ ਨੇ ਕਹਿ ਦਿੱਤਾ ਕਿ ਇਮਰਾਨ ਖਾਨ ਮੇਰਾ ਭਰਾ ਹੈਗਾ ਆ। ਉਸ 'ਤੇ ਜੋ ਰਾਘਵ ਚੱਢਾ ਦਾ ਟਵੀਟ ਆਇਆ ਕਿ ਪੰਜਾਬ ਦਾ CM ਯਾਨੀ ਕਾਂਗਰਸ ਦਾ CM ਤੇ ਸਿੱਧੂ ਇਹ ਉਹਨੂੰ ਭਰਾ ਕਹਿ ਰਹੇ ਹੈਗੇ, ਜਿਹੜਾ ਸਾਡਾ ਦੁਸ਼ਮਣ ਹੈ, ਜਿਹੜਾ ਇੱਥੇ ਆਹ ਕਰਦਾ, ਜਿਹੜਾ ਮਤਲਬ ਪੂਰੀ ਪਾਕਿਸਤਾਨ ਖਿਲਾਫ ਨਫ਼ਰਤ ਭਰੀ ਜੋ ਟਵੀਟ ਸੀਗੀ। 200 ਸੀਟਾਂ ਦੇ ਕਾਂਗਰਸ ਹੀ BJP ਨੂੰ ਮੁਕਾਬਲਾ ਦੇ ਰਹੀ ਹੈ। 200 ਸੀਟਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਤੇ ਭਾਜਪਾ ਵਿੱਚ ਹੈਗਾ। ਸੋ ਕਾਂਗਰਸ ਮੁਕਤ ਭਾਰਤ ਦਾ ਸਲੋਗਨ ਹੈ, ਬੜਾ ਖਤਰਨਾਕ ਸਲੋਗਨ ਹੈਗਾ। ਜੋ ਧਰਮ ਸੰਸਦ ਹੋਈ ਹੈ ਹਰਿਦੁਆਰ 'ਚ, ਜੋ ਜ਼ਹਿਰੀਲੇ ਉੱਥੇ ਲੈਕਚਰ ਦਿੱਤੇ ਗਏ ਸਾਧੂ ਸੰਤਾਂ ਵੱਲੋਂ ਮੁਸਲਮਾਨ ਭਰਾਵਾਂ ਨੂੰ ਵੱਢਣ ਦੀਆਂ ਧਮਕੀਆਂ, ਮਾਰਨ ਦੀਆਂ ਧਮਕੀਆਂ, ਹਥਿਆਰ ਚੁੱਕਣ ਦੀਆਂ ਧਮਕੀਆਂ, ਹਥਿਆਰਾਂ ਦੀ ਟ੍ਰੇਨਿੰਗ ਲੈਣ ਦੀਆਂ ਧਮਕੀਆਂ, ਸਪਲਾਨਾ ਉੱਥੇ ਸੁਣਾਈਆਂ ਜਾ ਰਹੀਆਂ ਸੀ। ਜਿਹੜੀ ਅੰਨਾ ਹਜ਼ਾਰੇ ਮੂਵਮੈਂਟ ਸੀਗੀ, ਲਹਿਰ ਸੀਗੀ, ਆਮ ਹਾਰੀ ਕਿਤੇ ਨਹੀਂ ਸੀਗੀ। ਇਹ RSS ਸਪੋਂਸਰਡ, ਵਿਵੇਕਾਨੰਦ ਫਾਊਂਡੇਸ਼ਨ ਦੀ ਸਪੋਂਸਰਡ ਇੱਕ ਲਹਿਰ ਸੀਗੀ ਜਿਸ ਦਾ ਮਕਸਦ ਇੱਕੋ ਇੱਕ ਮਕਸਦ ਭਾਜਪਾ ਨੂੰ ਸੱਤਾ ਕਕਸ਼ ਸਥਾਪਿਤ ਕਰਨਾ ਸੀਗਾ ਪੋਲੀਟੀਕਲ ਆਰਬਿਟ ਵਿੱਚ। ਉਹ 'ਚੋਂ ਕਾਮਯਾਬ ਹੋਏ ਨੇ। ਡਾਕਟਰ ਗਾਂਧੀ ਸਾਡੇ ਨਾਲ ਹੈ, ਸਾਰੇ ਉਹਨਾਂ ਬਾਰੇ ਜਾਣਦੇ ਆ। ਮੈਨੂੰ ਕੋਈ ਐਵੇਂ ਇੰਟਰੋ ਸਪੈਸ਼ਲ ਦਊਂਗਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਵਿਚਾਰਾਂ ਜਿਹੜੀਆਂ ਉਹਨਾਂ ਨਾਲ ਵਿਚਾਰ ਕਰਨੀ ਹੈ ਅਤੇ ਉਹਨਾਂ ਤੋਂ ਪੁੱਛਣਾ ਸਮਝਣਾ ਕੁਛ ਕਿ ਉਹ ਕਿਵੇਂ ਦੇਖ ਰਹੇ ਆ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਥੇ ਹੀ ਆਊਗਾ ਕਿ ਗੱਲ ਰਾਜੇਵਾਲ ਸਾਹਿਬ ਦੀ ਜਿਸ ਤਰ੍ਹਾਂ ਕੱਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਆਪ ਨਾਲੋਂ ਬਿਲਕੁਲ ਹੁਣ ਨਖੇੜਾ ਕਰਕੇ ਉਹ ਚੱਲਣਗੇ। ਹਾਂਜੀ। ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਆ ਆਪ ਤੇ ਟਿਕਟਾਂ ਦੇ ਮਸਲੇ ਦੇ ਉੱਤੇ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸਬੂਤ ਵੀ ਆ। ਉਹਨੂੰ ਕਿਵੇਂ ਦੇਖਦੇ ਹੋ? ਕਿਸਾਨ ਯੂਨੀਅਨ ਅੱਡ ਹੋ ਕੇ ਆਪ ਤੋਂ ਕਿਵੇਂ ਦੇਖਦੇ ਹੋ? ਦੇਖੋ, ਵੈਸੇ ਹੀ ਇਹ ਗੈਰ ਹਕੀਕੀ ਸੀਗਾ ਕਿਸਾਨ ਯੂਨੀਅਨ ਦਾ ਆਪ ਦੇ ਨਾਲ ਕੋਈ ਵੀ ਸਾਂਠ ਗਾਂਠ ਕਰਨੀ ਜਾਂ ਉਹਨਾਂ ਕੋਈ ਜੋੜ ਤੋੜ ਕਰਨਾ ਹੈਗਾ। ਕਿਉਂਕਿ ਆਪ ਇੱਕ ਅਜਿਹੀ ਪਾਰਟੀ ਹੈ ਜਿਹਨੇ ਮਤਲਬ ਕਿਸਾਨ ਅੰਦੋਲਨ ਦੀ ਇੱਕ ਤਾਂ ਹੁੰਦੀ ਕਿ ਵੀ ਸਹਾਇਤਾ ਕਰਨੀ। ਦਿੱਲੀ 'ਚ ਇਹਨਾਂ ਦੀ ਸਰਕਾਰ ਸੀਗੀ, 63 ਤਰ੍ਹਾਂ ਦੇ MLA ਸੀਗੇ। ਕੋਈ ਵੀ ਬੰਦ ਦੱਸੋ ਦਿੱਲੀ 'ਚ ਕਾਮਯਾਬ ਹੋਇਆ ਕਿ ਆਪ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਉੱਥੇ ਦਿੱਲੀ ਨੂੰ ਜਾਮ ਕੀਤਾ? ਕਦੇ ਕਿਸਾਨ ਅੰਦੋਲਨ ਦੀ ਹਮਾਇਤ 'ਚ ਉਸ ਤਰ੍ਹਾਂ ਆਏ? ਉਲਟਾ ਜਿਨ੍ਹਾਂ ਕਾਨੂੰਨਾਂ ਬਾਰੇ ਹਿੰਦੁਸਤਾਨ ਦੀ ਕਿਸੇ ਵੀ ਅਸੈਂਬਲੀ ਨੇ ਪਾਸ ਕਰਨ ਦੀ ਮਤਲਬ ਉਹਨੂੰ ਨੋਟੀਫਾਈ ਕਰਨ ਦੀ ਜ਼ਰੂਰਤ ਨਹੀਂ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ, ਦਿੱਲੀ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਨ੍ਹਾਂ ਉਹਨਾਂ ਕਾਨੂੰਨਾਂ 'ਚੋਂ ਇੱਕ ਕਾਨੂੰਨ ਨੂੰ 20 ਨਵੰਬਰ ਨੂੰ ਨੋਟੀਫਾਈ ਕਰ ਦਿੱਤਾ, ਜਿਹੜੀ ਕਿ ਮਤਲਬ ਇੱਕ ਬੜੀ ਹੈਰਾਨੀ ਦੀ ਗੱਲ ਸੀਗੀ। ਔਰ ਇੱਕ ਡਰਾਮਾ ਕੀਤਾ ਗਿਆ ਬਾਅਦ ਵਿੱਚ ਜਦੋਂ ਰੌਲਾ ਪੈ ਗਿਆ ਉਹ ਬਿੱਲ ਪਾੜਨ ਦਾ।
ਤੇ ਉਹ ਚੰਗਾ ਹੋਇਆ ਕਿ ਮੁਕੰਮਲ ਤੋੜ ਵਿਛੋੜਾ ਹੋ ਗਿਆ ਹੈਗਾ। ਇਹਦੇ ਨਾਲ ਜਿਹੜੀ ਕਿਸਾਨ ਅੰਦੋਲਨ ਹੈ ਉਹ ਘੱਟੋ ਘੱਟ ਆਪਣੀ ਗੱਲ ਨੂੰ ਸਹੀ ਢੰਗ ਨਾਲ ਬਿਨਾਂ ਕਿਸੇ ਦੂਸ਼ਣਬਾਜ਼ੀ ਤੋਂ, ਸਿਆਸੀ ਦੂਸ਼ਣਬਾਜ਼ੀ ਤੋਂ ਕਰ ਸਕਣਗੇ। ਔਰ ਆਮ ਆਦਮੀ ਪਾਰਟੀ ਨੂੰ ਦੀ ਥਾਂ ਦਿਖਾ ਦਿੱਤੀ ਗਈ ਹੈਗੀ ਹੈ ਕਿ ਰਾਜੇਵਾਲ ਸਾਹਿਬ ਨੇ ਬਿਲਕੁਲ ਦੁਰਸਤ ਕਿਹਾ ਹੈਗਾ। ਔਰ ਇਹ ਪਬਲਿਕ ਡੋਮੇਨ 'ਚ ਰਹੀ ਗੱਲ, ਇਹ ਬੱਚੇ ਦੀ ਜ਼ੁਬਾਨ 'ਤੇ ਹੈ, ਆਮ ਆਦਮੀ ਪਾਰਟੀ ਦੇ ਆਪਣੇ ਕਾਰਕੁਨਾਂ ਦੀ ਜ਼ੁਬਾਨ 'ਤੇ ਹੈ ਕਿ 17 'ਚ ਕਿਸ ਤਰ੍ਹਾਂ ਵੱਡੇ ਪੱਧਰ 'ਤੇ ਟਿਕਟਾਂ ਦੀ ਵੇਚ-ਵਟ ਹੋਈ ਹੈਗੀ ਹੈ ਔਰ ਵੱਡੇ ਪੱਧਰ 'ਤੇ ਜਿਹੜੇ ਪੈਸੇ ਦਾ ਲੈਣ ਦੇਣ ਹੋਇਆ ਹੈਗਾ। ਅਤੇ ਔਰ ਕਿਸ ਤਰ੍ਹਾਂ ਮਤਲਬ ਜਿਹੜੇ ਵਿਵਾਦਿਤ ਮਤਲਬ ਕਿਰਦਾਰ ਵਾਲੇ ਲੋਕ, ਚਾਹੇ ਉਹ ਸਿਆਸੀ ਕਿਰਦਾਰ ਹੋਵੇ ਚਾਹੇ ਸਮਾਜਿਕ ਕਿਰਦਾਰ ਹੋਵੇ, ਉਸ ਕਿਰਦਾਰ ਵਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਗਿਆ। ਔਰ ਉਹੀ ਵਰਤਾਰਾ ਤਕਰੀਬਨ ਇਸ ਸਾਲ ਵੀ ਉਹ ਬਿਨਾਂ ਰੋਕ ਟੋਕ ਚੱਲਦਾ ਪਿਆ ਹੈਗਾ। ਅਤੇ ਉਹਦੇ 'ਚ ਪੰਜਾਬ ਦੇ ਲੀਡਰਾਂ ਦੀ ਜਿਸ ਤਰ੍ਹਾਂ ਪਹਿਲੀ ਵਾਰ ਅਣਦੇਖੀ ਹੋਈ ਹੈ, ਉਹੀ ਅਣਦੇਖੀ ਹੁਣ ਹੋ ਰਹੀ ਹੈਗੀ ਹੈ। ਔਰ ਸਗੋਂ ਬੱਦੂ ਬਣਾ ਕੇ ਜਲੀਲ ਕੀਤਾ ਜਾ ਰਿਹਾ ਪੰਜਾਬ ਦੀ ਸਥਾਨਕ ਲੀਡਰਸ਼ਿਪ ਨੂੰ। ਉਦੋਂ ਵੀ ਐਂ ਕੀਤਾ ਗਿਆ ਸੀ, ਇੱਕ ਇੱਕ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਉਹਨਾਂ ਨੇ। ਤੁਹਾਡੇ ਸ਼ਹਿਰ 'ਚ ਤੁਸੀਂ ਪਟਿਆਲੇ ਰਹਿੰਦੇ ਹੋ, ਸ਼ਾਂਤੀ ਮਾਰਚ ਨਿਕਲਿਆ ਇੱਥੇ। ਇਹ ਵੀ ਬੜੀ ਅਜੀਬ ਗੱਲ ਹੈ ਕਿ ਜਿੱਥੇ ਸ਼ਾਂਤੀ ਮਾਰਚ ਨਿਕਲਣੇ ਚਾਹੀਦੇ ਸੀਗੇ, ਜੋ ਦਿੱਲੀ ਵਿੱਚ ਮੁਸਲਮਾਨ ਭਰਾਵਾਂ ਦਾ ਕਤਲੇਆਮ ਹੋਇਆ ਹੈਗਾ ਔਰ ਦਿੱਲੀ ਦੰਗੇ ਹੋਏ, CAA NPR ਤੇ NRC ਦੇ ਅੰਦੋਲਨ ਨੂੰ ਲੈ ਕੇ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਜੋ ਇੱਕ ਕਵਾਇਦ ਕੀਤੀ ਗਈ ਹੈ ਉੱਥੇ, ਔਰ ਜਿਸ ਤਰ੍ਹਾਂ ਭੀੜਾਂ ਉਕਸਾ ਕੇ ਗੁਆਂਢੀ ਰਾਜਾਂ ਤੋਂ ਵੀ ਲਿਆਂਦੀਆਂ ਗਈਆਂ, ਉਸ ਵੇਲੇ ਦਿੱਲੀ ਸ਼ਾਂਤੀ ਮਾਰਚ ਦੀ ਲੋੜ ਸੀਗੀ। ਉਸ ਵੇਲੇ ਜਦ ਤੱਕ ਸੁਪਰੀਮ ਕੋਰਟ ਨੇ ਫਟਕਾਰ ਨਹੀਂ ਲਾਈ ਕੇਜਰੀਵਾਲ ਨੂੰ ਕਿ ਦਿੱਲੀ ਦਾ CM ਕੀ ਕਰ ਰਿਹਾ ਹੈਗਾ, ਉਦੋਂ ਤੱਕ ਉਹਨਾਂ ਦੰਗਾਗ੍ਰਸਤ ਇਲਾਕਿਆਂ ਵਿੱਚ ਨਹੀਂ ਗਏ, ਕੋਈ ਮਦਦ ਨਹੀਂ ਕੀਤੀ, ਕੋਈ ਸ਼ਾਂਤੀ ਮਾਰਚ ਨਹੀਂ ਕੱਢੇ। ਅੱਜ ਪੰਜਾਬ ਜਿਹੜਾ ਕਿ ਆਪਣੇ ਆਪ ਇੱਕ ਉਦਾਹਰਨ ਹੈਗੀ ਹੈ ਦੇਸ਼ ਭਗਤੀ ਦੀ, ਜਦੋਂ ਵੀ ਹਿੰਦੁਸਤਾਨ 'ਤੇ ਕੋਈ ਭੀੜ ਪਈ, ਚਾਹੇ ਜੰਗੇ ਆਜ਼ਾਦੀ ਦੀ ਲਹਿਰ ਹੋਵੇ, ਚਾਹੇ ਪਾਕਿਸਤਾਨ ਨਾਲ ਜਾਂ ਦੁਸ਼ਮਣਾਂ ਨਾਲ ਕਿਸੇ ਗੁਆਂਢੀ ਮੁਲਕ ਨਾਲ ਜੰਗ ਦਾ ਮਾਮਲਾ ਹੋਵੇ, ਜਿਹੜਾ ਕਿ ਪੰਜਾਬੀ ਲੋਕ ਤਾਂ ਚਾਹਦੇ ਨਹੀਂ ਕਦੇ, ਪਰ ਜੇ ਸਾਡੇ ਨਾਲ ਜੰਗ ਕੋਈ ਥੋਪੀ ਵੀ ਗਈ ਤਾਂ ਪੰਜਾਬੀਆਂ ਨੇ ਡਟ ਕੇ ਹਿੰਦੁਸਤਾਨ ਦੀ ਰਾਖੀ ਕੀਤੀ ਹੈ। ਹਿੰਦੁਸਤਾਨ ਨੂੰ ਬਾਹਰਲੇ ਜਿਹੜੇ ਹਮਲਾਵਰ ਸੀਗੇ 13ਵੀਂ 14ਵੀਂ 15ਵੀਂ ਸਦੀ ਤੋਂ, ਉਦੋਂ ਪੰਜਾਬ ਦੇ ਮਤਲਬ ਇੱਕ ਖੜਗ ਭੁਜਾ ਬਣ ਕੇ ਉਹ ਪੰਜਾਬੀ ਖੜੇ ਰਹੇ। ਜਦੋਂ ਹਿੰਦੁਸਤਾਨ ਨੂੰ ਅਨਾਜ ਦੀ ਦਿੱਕਤ ਪਈ ਹੈ, ਭੁੱਖਮਰੀ ਦਾ ਸ਼ਿਕਾਰ ਹੋਇਆ, 67 'ਚ ਅਕਾਲ ਪਏ ਨੇ, ਜਦੋਂ ਹਿੰਦੁਸਤਾਨ ਸ਼ਰਮਨਾਕ ਹਾਲਤਾਂ ਜਿਹੜੀਆਂ PL 480 ਦੀਆਂ ਉਹਦੇ ਦੇਣ ਦੁਨੀਆ ਭਰ ਠੂਠਾ ਲੈ ਕੇ ਮੰਗ ਰਿਹਾ ਸੀਗਾ, ਤਾਂ ਪੰਜਾਬ ਨੇ ਆਪਣਾ ਸਭ ਕੁਝ ਦਾਅ 'ਤੇ ਲਾ ਕੇ, ਮਿੱਟੀ ਵੀ, ਹਵਾ ਵੀ, ਪਾਣੀ ਵੀ, ਸਭ ਕੁਝ ਤਬਾਹ ਕਰਕੇ ਵੀ, ਆਪਣਾ ਪਾਣੀ ਖਤਮ ਕਰਕੇ ਵੀ ਹਿੰਦੁਸਤਾਨ ਦਾ ਢਿੱਡ ਭਰਿਆ। ਹਿੰਦੁਸਤਾਨ ਨੂੰ ਮੋਟੇ ਅਨਾਜਾਂ ਦੀ ਪੈਦਾਵਾਰ 'ਚ ਆਤਮ ਨਿਰਭਰ ਨਹੀਂ ਬਣਾਇਆ, ਬਲਕਿ ਐਕਸਪੋਰਟ ਕਰਨ ਦੀ ਹਾਲਤ ਤੱਕ ਪਹੁੰਚਾ ਦਿੱਤਾ ਤੇ ਆਪ ਖੁਦ ਬਿਮਾਰੀਆਂ ਸੇੜ ਲਈਆਂ, ਆਪਣਾ ਮਿੱਟੀ ਪਾਣੀ ਹਵਾ ਤਬਾਹ ਕਰ ਲਈ, ਜ਼ਹਿਰ ਬਣਾ ਲਿਆ, ਨੌਜਵਾਨ ਨਸ਼ਿਆਂ ਵਿੱਚ ਗਰਕ ਹੋ ਗਏ, ਕਿਸਾਨ ਖੁਦਕਸ਼ੀਆਂ ਰਾਹ ਪੈ ਗਏ ਹੈਗੇ ਆ। ਔਰ ਸਾਡੀ ਜਿਹੜੀ ਮਤਲਬ ਬੇਰੁਜ਼ਗਾਰੀ ਇਸ ਕਦਰ ਵੱਧ ਗਈ ਕਿ ਲੋਕੀ ਬੱਚੇ ਜਿਹੜੇ ਬਾਹਰ ਨੂੰ ਵੀਰਾਂ ਕੱਟ ਕੇ ਜਾ ਰਹੇ ਹੈਗੇ ਆ। ਪੰਜਾਬ ਨੇ ਆਪ ਨੂੰ ਖਤਮ ਕਰ ਲਿਆ ਹੈਗਾ। ਤੇ ਉਸ ਪੰਜਾਬ ਵਿੱਚ ਦੇਸ਼ ਤਿਰੰਗਾ ਲੈ ਕੇ ਭਾਰਤ ਮਾਤਾ ਕੀ ਜੈ ਤੇ ਬੰਦੇ ਮਾਤਰਮ ਦੇ ਸਲੋਗਨ ਲਾਣੇ ਤੇ ਇੱਕ ਕਿਹੜੀ ਸਿਆਸਤ ਨੂੰ ਸੇਵਾ ਕਰਦੇ ਸੀਗੇ, ਕਿਹੜੀ ਸਿਆਸਤ ਦੇ ਮਗਰ ਭਗਵੰਤ ਮਾਨ ਨੂੰ ਲੱਗ ਕੇ ਅੱਜ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਇਹ ਪੰਜਾਬ ਦਾ ਵਿਰਸਾ ਵਿਰਾਸਤ ਨਹੀਂ ਹੈਗਾ। ਪੰਜਾਬ ਦਾ ਵਿਰਸਾ ਵਿਰਾਸਤ ਹੈ ਸਰਬ ਸਾਂਝੀ ਵਾਲਤਾ, ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸਿਓ ਮਹਾਰਾਜ ਜੀਓ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ। ਜਿਹੜੀ ਇਹ ਝੰਡਾ ਤਿਰੰਗੇ ਦੀ ਸਿਆਸਤ ਹੈਗੀ ਹੈ, ਉਹ ਵੀ ਧਿਆਨ ਨਾਲ ਦੇਖੋ ਤੁਸੀਂ। ਤਿਰੰਗਾ ਕਿੱਥੇ ਚਲਾਇਆ? ਵੱਡੇ ਸ਼ਹਿਰਾਂ 'ਚ। ਤਿਰੰਗਾ ਚਲਾਇਆ ਪਠਾਨਕੋਟ ਤੇ ਗੁਰਦਾਸਪੁਰ ਦੀ ਹਿੰਦੂ ਬੈਲਟ ਵਿੱਚ। ਜਾਣਬੁੱਝ ਕੇ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀ ਸਮਾਜ ਨੂੰ। ਪਹਿਲੀ ਵਾਰ ਹੈ ਕਿਸੇ ਪਾਰਟੀ ਨੇ ਹਿੰਦੀ ਬੈਲਟ ਤੇ ਸ਼ਹਿਰਾਂ 'ਚ ਤਿਰੰਗਾ ਯਾਤਰਾਵਾਂ ਕੱਢੀਆਂ ਹੋਣ ਤੇ ਸ਼ਾਂਤੀ ਮਾਰਚ ਕੱਢੇ ਹੋਣ। ਇਹ ਦਰਸਾਉਂਦਾ ਹੈਗਾ ਕਿ ਪਾਰਟੀ ਦੇ ਮਨਸੂਬੇ ਕੀ ਨੇ, ਇਹਦੀ ਵਿਚਾਰਧਾਰਾ ਕੀ ਹੈ, ਕੀ ਪੰਜਾਬ ਦੀ ਧਰਾਤਲ ਦੇ ਹਾਣ ਦੀ ਪਾਰਟੀ ਹੈਗੀ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਨਹੀਂ, ਪਰ ਉਹ ਉੱਥੇ ਬਹੁਤ ਸਾਰੇ ਲੀਡਰਾਂ ਦਾ ਉਹਨਾਂ ਦਾ ਇਹ ਲੌਜਿਕ ਹੁੰਦਾ ਵੀ ਫਿਰ ਸੱਤਾ 'ਚ ਆਉਣ ਦਾ ਤਾਂ ਢੰਗ ਇਹ ਆ। ਹਾਂ, ਫਿਰ ਉਹ ਤਾਂ ਫਿਰ ਇਹ ਨਾ ਕਹਿਣ ਕਿ ਅਸੀਂ ਵੱਖਰੇ ਹਾਂ, ਕੋਈ ਅਸੀਂ ਸਿਆਸਤ ਬਦਲਣਾ ਆਏ ਐ ਕੋ ਅਸੀਂ ਉਸ ਸਿਆਸਤ ਵਿੱਚ ਇਸ ਵੇਲੇ ਗਲ ਤੱਕ ਖੁੱਭ ਚੁੱਕੇ ਹਾਂ ਜਿਹੜੀ ਸਿਆਸਤ ਦੇ ਖਿਲਾਫ ਅਸੀਂ ਲੜਨ ਦਾ ਦਾਅਵਾ ਕਰਦੇ ਸੀਗੇ। ਤਾਂ ਫਿਰ ਇਸ ਤਰ੍ਹਾਂ ਗਿਆ ਨੰਗੇ ਚਿੱਟੇ ਹੋ ਕੇ ਆਣ ਜਾਣਾ ਹੈਗਾ, ਐ ਮਖੌਟਾ ਪਾ ਕੇ ਨਾ ਆਣ। ਇੱਕ ਸ਼ਾਂਤੀ ਮਾਰਚ ਦਾ ਇਹ ਵੀ ਕਾਰਨ ਹੋ ਸਕਦਾ ਨਾ ਹੁਣ ਉਹ, ਕਿਉਂਕਿ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੇ ਟਵੀਟ ਆਏ ਆ ਕਿ ਪਹਿਲਾਂ ਹੋ ਗਿਆ ਹਾਲਾਂਕਿ ਸ਼ਾਂਤੀ ਮਾਰਚ, ਤੇ ਪਰ ਟਵੀਟ ਜਿਹੜੇ ਜਿਸ ਤਰ੍ਹਾਂ ਦੀ ਉਹ 'ਚ ਬੋਲੀ ਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਜਿਹੜੀ ਹਨਾ ਉਹ ਅਣਗਹਿਲੀ ਹੋ ਗਈ ਤੇ ਇਹਦੇ ਮੁੱਖ ਮੰਤਰੀ ਪੰਜਾਬ ਦੇ ਜ਼ਿੰਮੇਵਾਰ ਹੈ। ਬਿਲਕੁਲ ਉਹ ਸਾਰੇ ਕਾਸੇ 'ਚ ਤੁਸੀਂ ਕਿਵੇਂ ਉਹਨੂੰ ਦੇਖਦੇ ਹੋ ਹਨਾ ਵੀ ਇਕੱਲੀ ਇੱਕ ਪੂਰੀ ਲੜੀ ਹੈ ਜੀ। ਤੁਸੀਂ ਜੇ ਫੋਲੋ ਕਰਦੇ ਹੋ ਆਮ ਆਦਮੀ ਪਾਰਟੀ ਨੂੰ ਜਾਂ ਪੰਜਾਬ ਦੀ ਸਿਆਸਤ ਨੂੰ ਕੁਦਰਤੀ ਤੁਸੀਂ ਇੱਕ ਸੂਝਵਾਨ ਪੱਤਰਕਾਰ ਦੇ ਤੌਰ ਤੇ ਫੋਲੋ ਕਰਦੇ ਆ। ਜੇ ਤੁਸੀਂ ਅੱਜ ਤੋਂ 20 ਦਿਨ ਪਹਿਲਾਂ ਦੇਖੋ, ਜਦੋਂ ਕਿਤੇ ਸਿੱਧੂ ਸਾਹਿਬ ਨੇ ਕਹਿਤਾ ਕਿ ਮੇਰਾ ਭਰਾ ਹੈਗਾ ਇਮਰਾਨ ਖਾਨ, ਉਸ ਤੇ ਜੋ ਰਾਘਵ ਚੱਡਾ ਦਾ ਟਵੀਟ ਆਇਆ ਕਿ ਪੰਜਾਬ ਦਾ CM ਯਾਨੀ ਕਾਂਗਰਸ ਦਾ CM ਤੇ ਸਿੱਧੂ ਉਹਨੂੰ ਭਰਾ ਕਹਿ ਰਹੇ ਹੈਗੇ, ਜਿਹੜਾ ਸਾਡਾ ਦੁਸ਼ਮਣ ਹੈ, ਜਿਹੜਾ ਇੱਥੇ ਆਹ ਕਰਦਾ, ਜਿਹੜਾ ਮਤਲਬ ਪੂਰੀ ਪਾਕਿਸਤਾਨ ਖਿਲਾਫ ਨਫ਼ਰਤ ਭਰੀ
ਜੋ ਟਵੀਟ ਸੀਗੀ ਉਹ ਤਾਂ ਦਰਸਾਉਂਦਾ ਹੈਗਾ ਕਿ ਕਿਵੇਂ ਪਾਕਿਸਤਾਨ ਦੇਖੋ ਪੰਜਾਬ ਹੈ, ਪੰਜਾਬ ਦੇ ਇੰਟਰਸਟ ਇਸ ਗੱਲ 'ਚ ਹੈ ਕਿ ਸਾਡੀ ਪਾਕਿਸਤਾਨ ਨਾਲ ਦੋਸਤੀ ਹੋਵੇ, ਅਮਨ ਹੋਵੇ, ਵਪਾਰ ਹੋਵੇ। ਸਾਨੂੰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ, ਲਾਂਘਾ ਹੈਗਾ, ਇੱਕ ਸਾਨੂੰ ਰਸਤਾ ਮਿਲੇ, ਅਸੀਂ ਗਵਾਦਰ ਸੀ ਪੋਰਟ ਤੇ ਪਹੁੰਚੀਏ, ਉੱਥੇ ਪਹੁੰਚ ਕੇ ਅਸੀਂ ਸੈਂਟਰਲ ਏਸ਼ੀਆ ਤੇ ਮਿਡਲ ਈਸਟ ਦੇ 40-42 ਮੁਲਕਾਂ ਨਾਲ ਵਪਾਰ ਕਰੀਏ, ਪੰਜਾਬ ਦਾ ਸੰਕਟ ਹੱਲ ਕਰੀਏ। ਇੱਕ ਡਾਕਟਰ ਸਾਹਿਬ ਜਿਵੇਂ ਵੀ ਹੁਣ ਟਵੀਟ ਹੈ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਾਲੇ ਮਸਲੇ ਦੇ ਉੱਤੇ, ਉਹ ਸਾਰੀਆਂ ਪਾਰਟੀਆਂ ਦੇ, ਅਕਾਲੀ ਦਲ ਦੇ ਵੀ, ਭਾਰਤੀ ਜਨਤਾ ਪਾਰਟੀ ਦੇ ਵੀ ਤੇ ਆਪ ਦੇ ਵੀ, ਉਹਨਾਂ 'ਚ ਇੱਕ ਮਤਲਬ ਹੋਰ ਤਰ੍ਹਾਂ ਦੀ ਹੈ ਉਹ ਚਿੰਤਾ। ਹੁਣ ਸੁਭਾਵਿਕ ਵੀ ਹੋ ਸਕਦੀ ਹੈ, ਹੋ ਸਕਦਾ ਸੱਚੀ ਇੰਨੀ ਹੋਵੇ, ਪਰ ਕਈ ਲੋਕ ਕਹਿੰਦੇ ਵੀ ਉਹੀ ਰਾਸ਼ਟਰਵਾਦ ਦਾ ਜਿਹੜਾ ਉਹ ਮੀਡੀਆ ਨੇ ਭਰਿਆ ਮਨ ਦੇ ਵਿੱਚ, ਉਹ ਉਸੇ ਲੀਹ ਤੇ ਆ। ਬਿਲਕੁਲ ਠੀਕ ਹੈ। ਇਕੱਲਾ ਇੱਕ ਪ੍ਰਧਾਨ ਮੰਤਰੀ ਦਾ ਟਵੀਟ ਤਾਂ ਹੈਗਾ, ਚਾਹੇ ਉਹ ਤੁਸੀਂ ਦੋ ਨਾਂ ਜੋੜਨੇ ਬੰਦ ਨਹੀਂ ਕੀਤੇ, ਜਿਨ੍ਹਾਂ 'ਚੋਂ ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਜਿਹੜੇ ਨਵੇਂ ਮਤਲਬ ਜੋਟੀਦਾਰ ਬਣੇ ਨੇ ਭਾਜਪਾ ਦੇ ਪੰਜਾਬ ਵਿੱਚ, ਉਹਨਾਂ ਵੱਲੋਂ ਵੀ ਤਕਰੀਬਨ ਇਹੋ ਜਿਹਾ ਟਵੀਟ ਆਇਆ ਹੈਗਾ। ਤੇ ਜੇ ਇਸ ਤੋਂ ਪਹਿਲਾਂ ਤੁਸੀਂ ਅੱਜ ਤੋਂ 20 ਦਿਨ ਪਹਿਲਾਂ ਦੇਖੋ, 25 ਦਿਨ ਪਹਿਲਾਂ ਜਿਹੜਾ ਰਾਘਵ ਚੱਡੇ ਦਾ ਟਵੀਟ ਆਇਆ, ਜਿਹੜਾ ਕਿ ਪੰਜਾਬ ਦਾ ਸਹਿ ਪ੍ਰਵਾਰੀ ਹੈਗਾ, ਜਦੋਂ ਮਤਲਬ ਸਿੱਧੂ ਸਾਹਿਬ ਨੇ ਕਹਿ ਦਿੱਤਾ ਕਿ ਇਮਰਾਨ ਖਾਨ ਮੇਰਾ ਭਰਾ ਹੈਗਾ ਹੈ, ਔਰ ਮੈਂ ਕਹਿੰਦਾ ਸਿੱਧੂ ਨੇ ਇਮਰਾਨ, ਮੈਂ ਕਹਿੰਦਾ ਸਾਰਾ ਪਾਕਿਸਤਾਨ ਦੇ ਲੋਕ ਮੇਰੇ ਭਰਾ ਹੈਗੇ ਆ, ਮੇਰੇ ਸਾਡੇ ਆਪਣੇ ਹੈਗੇ ਆ, ਅਸੀਂ ਇੱਕ ਮੁਲਕ ਸੀਗਾ, ਸਾਡਾ ਕਲਚਰ, ਸਾਡੀ ਬੋਲੀ, ਸਾਡਾ ਬੜਾ ਕੁਝ ਪਾਕਿਸਤਾਨੀ ਪੰਜਾਬ ਨਾਲ ਮਿਲਦਾ ਜੁਲਦਾ ਹੈਗਾ। ਤੇ ਉਹ ਸਾਨੂੰ ਪੰਜਾਬ ਦਾ ਇੰਟਰਸਟ ਹੈ ਕਿ ਪਾਕਿਸਤਾਨ ਨਾਲ ਦੋਸਤੀ ਹੋਵੇ, ਅਮਨ ਹੋਵੇ, ਵਪਾਰ ਹੋਵੇ, ਤਾਂ ਕਿ ਜਿਹੜਾ ਪੰਜਾਬ ਦਾ ਵਿਕਾਸ ਹੈ ਉਹ ਠੀਕ ਹੋ ਸਕੇ, ਪੰਜਾਬ ਦਾ ਵਪਾਰ ਵਧੂਗਾ। ਤੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ CPEC, ਸਾਨੂੰ ਜੋ ਉੱਥੇ ਪਹੁੰਚ ਮਿਲਦੀ ਹੈ, ਅਸੀਂ ਗਵਾਦਰ ਸੀ ਪੋਰਟ ਤੇ ਪਹੁੰਚ ਕੇ 2 ਤਰ੍ਹਾਂ ਦੇ ਮੁਲਕ ਹੈਗੇ, ਇੱਕ ਸੈਂਟਰਲ ਏਸ਼ੀਆ ਦੇ, ਇੱਕ ਮਿਡਲ ਈਸਟ ਦੇ, ਦੋਵਾਂ ਨਾਲ ਵਪਾਰ ਕਰਕੇ ਪੰਜਾਬ ਦਾ ਸੰਕਟ ਜਿਹੜਾ ਹੈਗਾ ਕੁਝ ਸਾਲਾਂ 'ਚ ਹੱਲ ਹੋ ਸਕਦਾ, ਆਰਥਿਕ ਸੰਕਟ। ਪੰਜਾਬ ਨੂੰ ਸੰਕਟ ਨਿਕਲਣ ਦਾ ਇੱਕ ਰਸਤਾ ਬਾਇਆ ਪਾਕਿਸਤਾਨ ਜਾਂਦਾ ਹੈਗਾ। ਸੋ ਉਸ ਸਪਿਰਿਟ ਨੂੰ, ਉਸ ਸਵਾਲ ਨੂੰ ਖੁੰਡਾ ਕਰਨ ਵਾਸਤੇ, ਪਾਕਿਸਤਾਨ ਅਮਨ ਦੋਸਤੀ ਵਪਾਰ ਦੀ ਗੱਲ ਨੂੰ ਮਾਰਨ ਵਾਸਤੇ ਰਾਘਵ ਚੱਡਾ ਨੇ ਸਪੈਸ਼ਲ ਟਵੀਟ ਪਾਇਆ, ਜਿਹੜਾ ਪਾਕਿਸਤਾਨ ਖਿਲਾਫ ਨਫ਼ਰਤ ਦਾ ਭਰਿਆ ਸੀਗਾ, ਦੁਸ਼ਮਣੀ ਭਰਿਆ ਸੀਗਾ, ਔਰ ਉਹ 'ਚ ਕਿਹੜੀ ਸਿਆਸਤ ਦੀ ਸੇਵਾ ਕਰ ਰਿਹਾ ਸੀਗਾ। ਉਹ ਸਾਫ਼ ਗੱਲ ਹੈ ਕਿ ਹਿੰਦੂ ਤੋਂ ਵੀ ਸਿਆਸਤ, ਪਾਕਿਸਤਾਨ ਦੇ ਵਿਰੋਧੀ ਸਿਆਸਤ, ਮੁਸਲਮਾਨ ਵਿਰੋਧੀ ਸਿਆਸਤ ਦਾ ਉਹ ਇੱਕ ਪ੍ਰਤੀਕ ਸੀਗਾ। ਤੋ ਪੰਜਾਬ ਦੇ ਲੀਡਰ ਤਾਂ ਮੈਨੂੰ ਲੱਗਦਾ ਇਹਨਾਂ ਦਿਮਾਗ ਹੀ ਨਹੀਂ ਕੰਮ ਕਰਦਾ ਕਿ ਜਿਹੜੀ ਗੱਲ ਪੰਜਾਬ ਦੇ ਉਲਟ ਹੈਗੀ ਹੈ, ਉਹਦੇ 'ਚ ਉਹ ਦਿੱਲੀ ਦੀ ਆਪ ਦਾ ਮਗਰ ਲੱਗ ਕੇ ਉਹ ਪੰਜਾਬ ਦੇ ਮਤਲਬ ਉਲਟ ਭੁਗਤ ਰਹੇ ਹੈਗੇ ਆ। ਉਹੀ ਮਾਮਲਾ ਹੈ ਜਿਹੜਾ ਹੁਣ ਜਿਹੜਾ ਮੋਦੀ ਸਾਹਿਬ ਦੀ ਸੁਰੱਖਿਆ ਨੂੰ ਬਹਾਨਾ ਬਣਾ ਕੇ, ਜਦ ਕਿ ਇਹ ਗੱਲ ਸਾਫ਼ ਹੈਗੀ ਹੈ ਕਿ ਉਹਨਾਂ ਦਾ ਕਾਫਲਾ ਜੋ ਉੱਥੇ ਪਹੁੰਚਿਆ ਤਾਂ ਉਹਨੂੰ 20 ਮਿੰਟ ਰੁਕਣਾ ਪਿਆ, ਕੋਈ ਉਹਨਾਂ ਵੱਲ ਪੱਤਾ ਤੱਕ ਨਹੀਂ ਮਾਰਿਆ, ਕਿਸੇ ਨੇ ਨਾਅਰਾ ਨਹੀਂ ਮਾਰਿਆ, ਕੋਲ ਆ ਕੇ ਕੋਈ ਲਾਗੇ ਫਟਕਿਆ ਵੀ ਨਹੀਂ ਹੈਗਾ ਹੈ, ਪਰ ਉਹਨੂੰ ਐਡਾ ਬੜਾ ਮੁੱਦਾ ਬਣਾ ਕੇ ਪੰਜਾਬ ਨੂੰ ਹਿੰਦੁਸਤਾਨ ਭਰ ਵਿੱਚ 80ਵੀਆਂ ਦੀ ਤਰਜ਼ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਜਿਹੜਾ ਇਹਦਾ ਨਜ਼ਲਾ ਹੈਗਾ ਉਹ ਸਿੱਖਾਂ ਦੇ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਬੜੇ ਦੂਰ ਰਸ ਨਤੀਜੇ ਹੋਣਗੇ। ਔਰ ਆਮ ਆਦਮੀ ਪਾਰਟੀ ਵੀ, ਢੀਂਡਸਾ ਵੀ, ਕੈਪਟਨ ਵੀ ਤੇ ਭਾਜਪਾ ਵੀ, ਇਹ ਸਾਰੇ ਇਸ ਗੇਮ ਵਿੱਚ ਸ਼ਾਮਲ ਹੈਗੇ ਆ ਪੰਜਾਬ ਦੇ ਖਿਲਾਫ ਮਾਹੌਲ ਸਿਰਜਣ 'ਚ। ਮੈਂ ਇਹਨਾਂ ਨੂੰ ਦੋਸ਼ੀ ਮੰਨਦਾ ਹੈ। ਪਰ ਓਵਰਆਲ ਚੰਨੀ ਜਿਵੇਂ ਉਹਨਾਂ ਨੇ ਸਟੈਂਡ ਲਿਆ, ਔਰ ਕਈ ਦਿੱਲੀ ਵਾਲੇ ਜਿਹੜੇ ਮੀਡੀਆ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਵੀ ਉਹ ਇੱਕ ਪਾਰਟੀ ਦੇ ਦਫ਼ਤਰ 'ਚੋਂ ਪੁੱਛ ਕੇ ਚੱਲਦੇ ਆ ਵੀ ਹਨਾ ਅਸੀਂ ਅੱਜ ਕੀ ਬੋਲਣਾ, ਉਹਨਾਂ ਦੇ ਨਾਲ ਵੀ ਕਈ ਕਲਿੱਪਾਂ ਵੀ ਵਾਇਰਲ ਹੋਈਆਂ ਜੀ 'ਚ ਉੱਤਰ ਕੇ ਉਹ ਦਿਖਾਉਂਦੇ ਆ। ਉਹ ਸਟੈਂਡ ਕਿਵੇਂ ਰਿਹਾ ਓਵਰਆਲ? ਕੀ ਉਹ ਪੰਜਾਬ ਦੇਖੋ, ਚੰਨੀ ਸਾਹਿਬ ਨੇ ਬਹੁਤ ਹੀ ਇੱਕ ਜਮਹੂਰੀ ਸਟੈਂਡ ਲਿੱਤਾ, ਫੈਡਰਲਵਾਦੀ ਸਟੈਂਡ ਲਿੱਤਾ, ਫੈਡਰਲ ਅਧਿਕਾਰਾਂ ਦੇ ਹੱਕ 'ਚ ਮਤਲਬ ਉਹਨੂੰ ਸਪੋਰਟ ਕਰਦਾ ਸਟੈਂਡ ਲਿੱਤਾ ਹੈਗਾ, ਔਰ ਸਹੀ ਆਇਨਾ ਦਿਖਾਇਆ ਕਿ ਟੋਟਲ ਪਿਕਚਰ ਕੀ ਹੈ। ਔਰ ਖੂਬੀ ਇਸ ਗੱਲ ਦੀ ਹੈਗੀ ਹੈ ਕਿ ਉਸੇ ਦਿਨ ਮਤਲਬ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਸਵਾਲ ਦਰ ਸਵਾਲ ਹਿੰਦੁਸਤਾਨ ਦੇ ਲੋਕਾਂ ਨੂੰ ਸਾਫ਼ ਕੀਤਾ ਕਿ ਅਸਲ ਮਾਜਰਾ ਕੀ ਹੈਗਾ, ਕਿਉਂ ਇਸ ਮੁੱਦੇ ਨੂੰ ਜਾਣਬੁੱਝ ਕੇ ਇੰਨਾ ਭਾਰਿਆ ਜਾ ਰਿਹਾ। ਇਹ ਮੁੱਦਾ ਇਹ ਨਹੀਂ ਹੈਗਾ, ਮੁੱਦਾ ਇਹ ਹੈਗਾ ਕਿ ਜੋ ਭੁਲੇਖਾ ਖੜਾ ਹੋ ਗਿਆ ਸੀ ਭਾਜਪਾ ਨੂੰ ਤਿੰਨ ਕਾਨੂੰਨ ਵਾਪਸ ਲੈ ਕੇ, ਜੋ ਭੁਲੇਖਾ ਖੜਾ ਹੋ ਗਿਆ ਸੀ ਭਾਜਪਾ ਨੂੰ ਨਵੇਂ ਸੰਗੀ ਸਾਥੀ ਨਾਲ ਲੈ ਕੇ, ਕੈਪਟਨ ਨੂੰ ਤੇ ਢੀਂਡਸਾ ਸਾਹਿਬ ਨੂੰ, ਕਿ ਅਸੀਂ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਲਈ ਹੈ, ਅਸੀਂ ਪੰਜਾਬ 'ਚ ਜ਼ੋਰ ਸ਼ੋਰ ਚੋਣਾਂ ਲੜਾਂਗੇ। ਉਹ ਉਸ ਨੂੰ ਜਿਹੜਾ ਪੋਲ ਸੀਗਾ, ਜਿਹੜਾ ਭਗਾਨਾ ਸੀਗਾ, ਉਹ ਫਟ ਗਿਆ। ਉੱਥੇ ਬਹੁਤ ਘੱਟ ਲੋਕ ਪਹੁੰਚੇ ਨੇ, 70,000 ਕੁਰਸੀਆਂ ਸੀ, 700-800 ਲੋਕ ਪਹੁੰਚੇ ਨੇ। ਮੌਸਮ ਵੀ ਕਾਰਨ ਹੋ ਸਕਦਾ ਹੈਗਾ, ਮੈਂ ਉਹਨੂੰ ਇਨਕਾਰ ਨਹੀਂ ਕਰਦਾ, ਪਰ ਉਸਦੇ ਬਾਵਜੂਦ ਜੋ ਲੋਕਾਂ ਦਾ ਰਿਸਪੌਂਸ ਸੀਗਾ ਉਹ ਨਾ ਪੱਖੀ ਸੀਗਾ। ਤੇ ਉਹ ਸਾਰੇ ਕਾਸ ਨੂੰ ਦੇਖ ਕੇ ਜਿਹੜੀ ਪਲਾਨ ਕੀਤੀ, ਔਰ ਤੁਸੀਂ ਬੜੇ ਹੈਰਾਨ ਹੋਵੋਗੇ ਜਿਹੜੀ ਹੁਣ ਫੋਟੋ ਬਾਹਰ ਆਈਆਂ ਨੇ, ਇੱਕ ਵਿਅਕਤੀ ਭਾਜਪਾ ਦਾ ਕਰਿੰਦਾ ਜਿਹਦਾ ਕਿ ਜਿਹੜਾ ਟੈਨੀ ਹੈਗਾ, ਜਿਹੜਾ ਉਪਗ੍ਰਹਿ ਮੰਤਰੀ ਹੈਗਾ, ਜਿਹਦਾ ਬੇਟਾ ਲਖੀਮਪੁਰ ਖੀਰੀ ਕਿਸਾਨਾਂ ਦੇ ਗੱਡੀ ਚੜ੍ਹਨ ਦੇ ਕਾਂਡ ਵਿੱਚ ਉਹ ਦੋਸ਼ੀ ਹੈਗਾ ਹੈ, ਉਹਦੇ ਨਾਲ ਸਾਧਵੀ ਪ੍ਰਗਿਆ ਦੇ ਨਾਲ ਔਰ ਕੁਝ ਕੇਂਦਰੀ ਵਜ਼ੀਰਾਂ ਨਾਲ ਫੋਟੋਆਂ ਸਾਂਝੀਆਂ ਹੋਈਆਂ। ਉਹੀ ਬੰਦਾ
ਉਹਨੂੰ ਕਿਵੇਂ ਪਤਾ ਸੀ ਕਿ ਇੱਥੇ ਮੋਦੀ ਸਾਹਿਬ ਦਾ ਕਾਫਲਾ ਰੁਕਣਾ ਹੈਗਾ? ਉੱਥੇ ਕਾਫਲੇ ਥਾਂ ਤੇ ਉਹ ਦੇਖਿਆ ਗਿਆ, ਮੋਦੀ ਦੀ ਕਾਰ ਦੇ ਨੇੜੇ ਦੇਖਿਆ ਗਿਆ। ਸੋ ਇਹਦਾ ਮਤਲਬ ਹੈ ਕਿ ਇਹਦੀ ਪ੍ਰੀ ਪਲਾਨ ਸਾਰੀ ਇਹ ਸਾਰਾ ਸਕ੍ਰਿਪਟ ਸੀਗਾ ਔਰ ਸਕ੍ਰਿਪਟ ਪਹਿਲਾਂ ਲਿਖਿਆ ਗਿਆ। ਪਰ ਪ੍ਰੀ ਪਲਾਨ ਦਾ ਤਾਂ ਫਾਇਦਾ ਕੀ ਹੋਊ? ਉਹ ਤਾਂ ਕੀ ਮਿਲੂ, ਕੀ ਉਹ ਚੋਂ ਨਿਕਲਿਆ ਕੀ? ਨਹੀਂ, ਨਿਕਲਣਾ ਕੀ ਸੀਗਾ? ਨਿਕਲਣਾ ਹੀ ਸੀਗਾ ਕਿ ਜਿਹੜੀ ਨਮੋਸ਼ੀ ਦੇ ਚਰਚਾ ਹੋਣੀ ਸੀਗੀ ਹਿੰਦੁਸਤਾਨ 'ਚ ਕਿ ਭਾਜਪਾ ਦੇ ਪੰਜਾਬ 'ਚ ਕੋਈ ਪੈਰ ਨਹੀਂ ਹੈ, ਕੋਈ ਇਹਨਾਂ ਨੂੰ ਜ਼ਮੀਨ ਨਹੀਂ ਮਿਲੀ ਹੈਗੀ ਹੈ, ਉਹ ਨਮੋਸ਼ੀ ਚਰਚਾ ਨਾ ਹੋ ਕੇ ਚਰਚਾ ਇਹ ਹੋ ਰਹੀ ਹੈ ਕਿ ਮੋਦੀ ਸਾਹਿਬ ਨੂੰ ਰੋਕਿਆ ਗਿਆ, PM ਦੀ ਸਿਕਿਉਰਿਟੀ ਦਾ ਮਾਮਲਾ ਹੈਗਾ, ਉਹਨੂੰ ਟਵਿਸਟ ਦੇ ਕੇ ਸਾਰਾ ਮੀਡੀਆ ਤੇ ਇਹ ਬਰਤਾਂਤ, ਇਹ ਨਰੇਟਿਵ ਚਲਾ ਦਿੱਤਾ ਗਿਆ ਕਿ ਮੋਦੀ ਸਾਹਿਬ ਨੂੰ ਪੰਜਾਬ 'ਚ ਖਤਰਾ ਹੈਗਾ ਔਰ ਉਸ ਦੇ ਰਾਹੀਂ ਦੋ ਮਕਸਦ ਪੂਰੇ ਕਰ ਰਿਹਾ। ਇੱਕ ਤਾਂ ਜਿਹੜੇ ਹਿੰਦੂ ਵੋਟ ਬੈਂਕ ਹੈ ਹਿੰਦੁਸਤਾਨ 'ਚ, ਖਾਸ ਤੌਰ ਯੂਪੀ ਦੀ ਚੋਣਾਂ ਵਿੱਚ, ਇਹਦਾ ਫੌਰੀ ਫਾਇਦਾ ਇਹ ਹੈਗਾ ਕਿ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੈਗੀਆਂ, ਖਾਸ ਤੌਰ ਤੇ ਯੂਪੀ ਦੀਆਂ ਚੋਣਾਂ ਵਿੱਚ, ਕਿਉਂਕਿ ਯੂਪੀ ਦੇ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਯੂਪੀ ਰਾਹੀਂ ਬਣਦਾ ਹੈਗਾ, ਯੂਪੀ ਬਣਾਉਂਦੀ ਪ੍ਰਧਾਨ ਮੰਤਰੀ, 85 ਸੀਟਾਂ ਨੇ। ਸੋ ਇਸ ਕਰਕੇ ਇੱਕ ਤਾਂ ਉੱਥੇ ਇਹਨਾਂ ਨੂੰ ਲਾਹਾ ਲੈਣ ਦੀ ਕੋਸ਼ਿਸ਼ ਹੈ ਕਿ ਦੇਸ਼ ਭਗਤੀ ਜਾਂ ਮਤਲਬ ਰਾਸ਼ਟਰਵਾਦ ਉਭਾਰ ਕੇ, ਮੋਦੀ ਨੂੰ ਖਤਰਾ ਉਭਾਰ ਕੇ, ਮੋਦੀ ਸਾਹਿਬ ਨੂੰ ਖਤਰਾ ਉਭਾਰ ਕੇ ਉੱਥੇ ਵੋਟਾਂ ਦੀ ਕਤਾਰਬੰਦੀ ਕਰਨੀ ਹੈਗੀ, ਹਿੰਦੂ ਵੋਟਾਂ ਦੀ, ਤੇ ਦੂਜਾ ਬਾਕੀ ਸੂਬਿਆਂ ਜਿੰਨਾ ਕਿ ਇਹਦਾ ਪ੍ਰਭਾਵ ਪੈਂਦਾ ਉਨਾ ਕਰਨਾ ਹੈਗਾ। ਤੇ ਤੀਜੇ ਜਿਹੜਾ ਕਿਸਾਨ ਅੰਦੋਲਨ ਦੀ ਭੱਲ ਬਣੀ ਸੀਗੀ, ਕੋਈ ਪ੍ਰਾਪਤੀ ਦਿਖ ਰਹੀ ਸੀ ਹਿੰਦੁਸਤਾਨ ਲੋਕਾਂ ਨੂੰ, ਜਿਹੜਾ ਹਿੰਦੁਸਤਾਨ ਸਹਿਮਿਆ ਬੈਠਾ ਸੀਗਾ, ਡਰਿਆ ਬੈਠਾ ਸੀ, ਡੌਰ ਭੌਰ ਬੈਠਾ ਸੀ ਕੀ ਕੀਤਾ ਜਾਵੇ, ਜੋ ਉਹਨੂੰ ਰਸਤਾ ਦਿਖਾਇਆ ਪੰਜਾਬ ਦੇ ਕਿਸਾਨਾਂ ਨੇ, ਬਾਅਦ ਹਰਿਆਣੇ ਦੇ ਕਿਸਾਨਾਂ ਨੇ, ਬਾਅਦ ਯੂਪੀ ਦੇ ਟਕੈਤ ਸਾਹਿਬ ਨੇ, ਉਸ ਦਾ ਜੋ ਪ੍ਰਭਾਵ ਸੀਗਾ ਉਹਨੂੰ ਖਾਰਜ ਕਰਨ ਵਾਸਤੇ, ਕਿਸਾਨਾਂ ਨੂੰ ਮੁੜ ਕੇ ਇੱਕ ਵਾਰ ਫਿਰ ਦੈਂਤ ਬਣਾ ਕੇ ਸ਼ੋਅ ਕਰਨ ਵਾਸਤੇ, ਜਾਹਲ ਸ਼ੋਅ ਕਰਨ ਵਾਸਤੇ ਜਾਂ ਗੈਰ ਜਮਹੂਰੀ ਸ਼ੋਅ ਕਰਨ ਵਾਸਤੇ ਇਹ ਸਾਰਾ ਡਰਾਮਾ ਰਚਿਆ ਗਿਆ ਜੀ। ਪਰ ਹੁਣ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਵੀ 4.5 ਸਾਲ ਜੋ ਕੁਝ ਹੋਇਆ ਉਹ ਪਤਾ, ਮਤਲਬ ਇੱਕ ਪਾਰਟੀ ਹੁਣ ਇਹ ਕਹਿ ਕੇ ਕਿਵੇਂ ਛੁੱਟ ਸਕਦੀ ਆ ਵੀ ਇਸ ਤਾਂ ਜੀ ਮੇਨ ਬੰਦਾ ਬਦਲਤਾ? ਹਾਂ, ਨਹੀਂ ਦੇਖੋ ਤੁਸੀਂ ਬਿਲਕੁਲ ਪਹਿਲਾਂ ਉਹਨਾਂ ਦੇ ਨਾਂ ਤੇ ਹੀ ਲੜੀ ਹੈ। ਹਾਂਜੀ ਹਾਂਜੀ, ਤਾਂ ਉਹ ਹੁਣ ਉਹਨਾਂ ਦੀ ਸਥਿਤੀ ਹੈ। ਮੈਂ ਤਾਂ ਪੁੱਛਦਾ ਵੀ ਕੀ ਜਿਹੜਾ ਇਸ ਸਮੇਂ ਉਹ ਪੰਜਾਬੀ ਸਵੈਮਾਨ ਵਾਲਾ ਮੁੱਦਾ ਚਰਨਜੀਤ ਚੰਨੀ ਛੋਹ ਰਹੇ ਆ, ਉਹ 5 ਸਾਲਾਂ ਦੇ ਵਿੱਚ ਜੋ ਕੁਝ ਹੋਇਆ, ਜੋ ਕੁਝ ਕਾਂਗਰਸ ਦੇ ਖਿਲਾਫ ਲੋਕਾਂ ਦੇ ਵਿੱਚ ਰੋਸ ਹੈ, ਉਹਦੇ ਤੇ ਹਾਵੀ ਹੋਊਗਾ, ਉਹਦੇ ਨੂੰ ਓਵਰਕਮ ਕਰ ਲੂਗਾ? ਦੇਖੋ 5 ਸਾਲ ਦਾ ਜੋ ਇੱਕ ਕਾਰਗੁਜ਼ਾਰੀ ਰਹੀ ਹੈ ਕਾਂਗਰਸ ਦੀ, ਉਹ ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਅਕਾਲੀਆਂ ਨਾਲ ਮਿਲ ਕੇ ਜੋ ਇੱਕ ਭਾਜਪਾ ਦੀ ਸਿਆਸਤ ਨੂੰ ਅੱਗੇ ਵਧਾਇਆ ਹੈਗਾ, ਜੋ ਪਾਕਿਸਤਾਨ ਵਿਰੋਧੀ ਜੋ ਨਰੇਟਿਵ ਹੈ, ਚੀਨ ਵਿਰੋਧੀ ਨਰੇਟਿਵ ਹੈ, ਜੋ ਭਾਜਪਾ ਦਾ ਨਰੇਟਿਵ ਹੈ, ਉਹਦੇ ਵਾਸਤੇ ਕੰਮ ਕੀਤਾ ਹੈਗਾ। ਚਾਹੇ ਉਹ ਸੱਜਣ ਸਿੰਘ ਹੋਰਾਂ ਦੀ ਜਿਹੜੇ ਕੈਨੇਡਾ ਦੇ ਰੱਖਿਆ ਮੰਤਰੀ ਜਦੋਂ ਪੰਜਾਬ ਆਏ ਨੇ ਤਾਂ ਫਰੰਟ ਪੇਜ ਤੇ ਖਬਰ ਲੱਗਦੀ ਹੈ ਕਿ ਮੈਂ ਇਹਦੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਖਾਲਿਸਤਾਨੀ ਪੱਖੀ ਹੈ। ਜਦੋਂ ਟਰੂਡੋ ਆਏ ਨੇ ਤਾਂ ਇਹਨਾਂ ਨੇ ਉਹਨੂੰ ਬੁਲਾਇਆ ਤੱਕ ਨਹੀਂ, ਹਾਲਾਂਕਿ ਖੱਟਰ ਨੇ ਉਹਨੂੰ ਲੰਚ ਦਿੱਤਾ ਹੈਗਾ, ਖੱਟਰ ਸਾਹਿਬ ਨੇ, ਪਰ ਕੈਪਟਨ ਨੇ ਉਹਨੂੰ ਬੁਲਾਇਆ ਤੱਕ ਨਹੀਂ। ਜੋ ਜਿਵੇਂ ਜਾਂ ਪਾਕਿਸਤਾਨ ਦੇ ਖਿਲਾਫ ਜੋ ਬਿਆਨਬਾਜ਼ੀ ਹੈ, ਜੰਗੀ ਨੁਮਾ ਜਿਹਨੂੰ ਕਹਿੰਦੇ ਆ ਨਾ ਕਿ ਬਿਲਗਰੈਂਟ ਪੋਸਚਰ, ਜੰਗੀ ਪੋਸਚਰ ਜੋ ਤਿਆਰ ਕੀਤਾ ਕੈਪਟਨ ਸਾਹਿਬ ਨੇ। ਪਹਿਲੀ ਟਰਮ ਵੇਲੇ ਕੈਪਟਨ ਹੋਰ ਸੀਗਾ, ਪਾਕਿਸਤਾਨ ਨਾਲ ਦੋਸਤੀ ਦੀ ਗੱਲ ਕਰਦਾ ਸੀਗਾ, ਦੂਜੀ ਵੇਲੇ ਪਾਕਿਸਤਾਨ ਨਾਲ ਪੂਰੀ ਦੁਸ਼ਮਣੀ ਦੀ ਗੱਲ ਕਰਦਾ ਹੈਗਾ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰਦਾ, ਐਂਟੀ ਮੁਸਲਿਮ ਪਲਾਂਕ ਲੈ ਕੇ ਆਉਂਦਾ ਹੈਗਾ। ਸੋ ਸਾਰਾ ਕੁਛ 5 ਸਾਲ ਜੋ 4.5 ਸਾਲ ਜੋ ਇਹਨੇ ਸਿਆਸਤ ਕੀਤੀ ਹੈਗੀ ਹੈ, ਜਿਹਦਾ ਕਾਂਗਰਸ ਨੂੰ ਖਿਮਾਜਾ ਹੀ ਭੁਗਤਣਾ ਪਿਆ ਹੈਗਾ। ਅਖੀਰ ਨੂੰ ਜਿਹੜੇ 3-4 ਮਹੀਨੇ ਚੰਨੀ ਸਾਹਿਬ ਨੇ, ਹਾਲਾਂਕਿ ਮੈਂ ਨਹੀਂ ਕਹਿੰਦਾ ਕਾਂਗਰਸ ਬਹੁਤ ਲੋਕ ਪੱਕੀ ਹੈਗੀ ਹੈ, ਕਾਂਗਰਸ ਬਹੁਤ ਕਮੀਆਂ ਹੈ, ਬਹੁਤ ਖਾਮੀਆਂ ਹੈਗੀਆਂ। ਔਰ ਅਸਲ 'ਚ ਗੱਲ ਇਹ ਹੈਗੀ ਹੈ ਕਿ ਜੇ ਕਿਸੇ ਬੰਦੇ 'ਚ ਪੰਜਾਬੀਆਂ 'ਚ ਮੁੜ ਕੇ ਕਾਂਗਰਸ ਪ੍ਰਤੀ ਕੋਈ ਸੌਫਟ ਜਿਹੜਾ ਨਰਮ ਰੁਖ ਹੋ ਸਕਦਾ ਤਾਂ ਉਹਦਾ ਕਾਰਨ ਇੱਕੋ ਹੀ ਹੈਗਾ ਕਿ ਕਾਂਗਰਸ ਵੀ ਰਾਸ਼ਟਰਵਾਦੀ ਪਾਰਟੀ ਹੈ। ਕਾਂਗਰਸ ਨੇ ਵੀ ਭਾਰਤੀ ਰਾਸ਼ਟਰਵਾਦ ਦਾ ਝੰਡਾ ਫਹਿਰਾਇਆ ਹੁਣ ਤੱਕ, ਔਰ ਜਿਹੜੀ ਖੇਤਰੀ ਭਾਵਨਾਵਾਂ ਸੀਗੀਆਂ, ਜੋ ਖੇਤਰੀਵਾਦ ਦੀਆਂ ਆਕਾਂਖਸ਼ਾਵਾਂ ਸੀਗੀਆਂ, ਇੱਛਾਵਾਂ ਸੀਗੀਆਂ, ਉਹਦਾ ਗਲਾ ਘੁੱਟਿਆ ਹੈਗਾ। ਜੋ ਖੇਤਰੀਵਾਦ ਸੀਗਾ, ਜੋ ਫੈਡਰਲਿਜ਼ਮ ਸੀਗਾ, ਉਹਦਾ ਗਲਾ ਘੁੱਟਿਆ ਕਾਂਗਰਸ ਨੇ, ਪਰ ਉਹ ਗਲਾ ਘੁੱਟਿਆ ਹੈਗਾ ਭਾਰਤੀ ਰਾਸ਼ਟਰਵਾਦ ਦੇ ਨਾਂ ਤੇ। ਜਿਹੜੀ ਭਾਜਪਾ ਗਲਾ ਘੁੱਟ ਰਹੀ ਹੈਗੀ ਹੈ, ਇਹ ਬਹੁਤ ਖਤਰਨਾਕ ਹੈ। ਇਹ ਹਿੰਦੂ ਰਾਸ਼ਟਰਵਾਦ, ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਤੇ ਗਲਾ ਘੁੱਟ ਰਹੀ ਹੈ। ਅਲੱਗ-ਅਲੱਗ ਵਿਲੱਖਣਤਾਵਾਂ ਦਾ, ਧਾਰਮਿਕ, ਇਲਾਕਾਈ, ਭਾਸ਼ਾਈ, ਸੱਭਿਆਚਾਰਕ ਜਾਂ ਨਸਲੀ ਵਿਲੱਖਣਤਾਵਾਂ ਨੂੰ ਜੋ ਦਬਾ ਰਹੀ ਹੈ, ਇਹ ਬਹੁਤ ਖਤਰਨਾਕ ਹੈ। ਗਾਂਧੀ ਨਹੀਂ ਚਾਹੁੰਦਾ, ਗਾਂਧੀ 21ਵੀਂ ਸਦੀ ਦਾ ਨਾਗਰਿਕ ਹੈ, ਗਾਂਧੀ ਸਾਇੰਸ ਦਾ ਵਿਦਿਆਰਥੀ ਹੈ, ਗਾਂਧੀ ਇੱਕ ਡਾਕਟਰ ਹੈਗਾ, ਗਾਂਧੀ ਵਿਗਿਆਨੀ ਹੈਗਾ ਹੈ। ਗਾਂਧੀ ਕਦੇ ਨਹੀਂ ਚਾਹੂਗਾ ਕਿ ਗਾਂਧੀ ਦੇ ਬੱਚੇ ਇੱਕ ਹਿੰਦੂ ਰਾਸ਼ਟਰ 'ਚ ਪਲਣ। ਮੈਂ ਚਾਹੂੰਗਾ ਮੇਰੇ ਬੱਚੇ ਹਿੰਦੂ ਇੱਕ ਉਸ ਦੇਸ਼ ਵਿੱਚ ਪਲਣ ਜਿੱਥੇ ਈਦ ਵੀ ਮਨਾਉਣ, ਉਹ ਕ੍ਰਿਸਮਸ ਵੀ ਮਨਾਉਣ, ਉਹ ਗੁਰਪੁਰਬ ਵੀ ਮਨਾਉਣ, ਉਹ ਦੀਵਾਲੀ ਵੀ ਮਨਾਉਣ। ਮੈਂ ਇੱਕ ਧਰਮ ਨਿਰਪੱਖ ਸਮਾਜ ਵਿੱਚ ਰਹਿਣਾ ਚਾਹੁੰਦਾ ਹੈਗਾ, ਮੇਰੇ ਬੱਚੇ ਵਿੱਚ ਰਹਿਣਾ ਚਾਹੁੰਦੇ ਹੈਗੇ। ਮੈਂ ਕਿਸੇ ਹਿੰਦੂ ਰਾਸ਼ਟਰ 'ਚ ਕਿਸੇ ਧਰਮ ਨਾਂ ਦੇ ਕਿਸੇ ਰਾਜ 'ਚ ਰਹਿਣਾ ਨਹੀਂ ਚਾਹੁੰਦਾ ਮੈਂ। ਨਹੀਂ, ਬਿਲਕੁਲ, ਉਹ ਤਾਂ ਹਾਂ ਹੈ। ਹੁਣ ਮਤਲਬ ਇਹਦੇ 'ਚ ਜਿਹੜੀ ਹੁਣ ਕਾਂਗਰਸ ਮੁਕਤ ਦਾ ਨਾਅਰਾ ਹੈ ਬੀਜੇਪੀ ਦਾ, ਹਨਾ, ਸੈਂਟਰ ਲੈਵਲ ਤੇ ਕਾਂਗਰਸ ਮੁਕਤ ਹੈ, ਉਹਦੇ ਵਿੱਚ ਕੀ ਉਹ ਇੱਕ ਪਾਰਟੀ ਦਾ ਦੂਜੀ ਪਾਰਟੀ ਨੂੰ ਖਤਮ ਕਰਨ ਤੱਕ ਆ ਵੀ ਅਸੀਂ ਦੂਜੀ ਪਾਰਟੀ ਨੂੰ ਹਰਾਉਣਾ ਤੇ ਉਹਨੂੰ ਪਿੱਛੇ ਨਹੀਂ, ਇਕੱਲਾ ਇਹ ਨਹੀਂ ਕਿ ਮੈਨੂੰ ਇੱਕ ਪਾਰਟੀ ਦੀ ਇੱਕ ਵਿਚਾਰਧਾਰਾ ਨੂੰ ਹਰਾਉਣਾ ਹੈਗਾ ਜਿਹੜੀ ਕਿ ਸੈਕੂਲਰਿਜ਼ਮ ਨੂੰ,
ਚਾਹੇ ਉਹ 'ਚ ਕਮੀਆਂ ਹੋਣਗੀਆਂ, ਪੂਰੀ ਤਰ੍ਹਾਂ ਸੈਕੂਲਰ ਕਾਂਗਰਸ ਪਾਰਟੀ ਵੀ ਨਹੀਂ ਰਹੀ ਕਦੀ ਵੀ, ਉਹਨੂੰ ਇੰਟਰਸਪੈਕਟ ਅੰਤਰ ਝਾਤ ਮਾਰਨੀ ਚਾਹੀਦੀ ਹੈ, ਆਪਣੇ ਰੀਇਨਵੈਂਟ ਕਰਨਾ ਚਾਹੀਦਾ। ਰਾਹੁਲ ਗਾਂਧੀ ਹੋਰਾਂ ਨੇ ਕੁਝ ਕਦਮ ਚੁੱਕੇ ਨੇ ਉਸ ਰੀਇਨਵੈਂਟ ਕਰਨ ਨੂੰ, ਆਪਣੇ ਮੁੜ ਕੇ ਖੋਜਣ ਦੇ, ਔਰ ਉਹਨਾਂ ਨੂੰ ਸੰਵਿਧਾਨ ਦੀਆਂ ਉਹਨਾਂ ਸਾਰੀਆਂ ਧਾਰਨਾਵਾਂ ਨਾਲ ਜਿਹਨਾਂ ਦੁਆਲੇ ਸੰਵਿਧਾਨ ਸਾਡਾ ਰਚਿਆ ਗਿਆ ਹੈਗਾ, ਉਹਦੇ ਦੁਆਲੇ ਮਤਲਬ ਹਿੰਦੁਸਤਾਨ ਨੂੰ ਬਣਾਉਣ ਦੀ, ਜਾਂ ਕਿ ਜਿਹੜੀਆਂ ਫੈਡਰਲਿਜ਼ਮ ਦੇ ਦੁਆਲੇ ਹਿੰਦੁਸਤਾਨ ਉਸਾਰਨ ਦੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈਗੀ ਹੈ। ਤਾਂ ਪਰ ਇਹ ਇਕੱਲਾ ਇਹ ਨਹੀਂ ਕਾਂਗਰਸ ਮੁਕਤ ਭਾਰਤ, ਇਹਦੇ 'ਚ ਹਰ ਤਰ੍ਹਾਂ ਦੇ ਵਿਰੋਧ ਤੋਂ ਮੁਕਤ ਭਾਰਤ ਔਰ ਸਿਰਫ ਹਿੰਦੂ ਭਾਰਤ ਬਣਾਉਣ ਦਾ ਅਸਲੀ ਮਨਸੂਬਾ ਉਹ ਹੈ, ਕਿਉਂਕਿ ਕਾਂਗਰਸ ਇੱਕ ਦੇਸ਼ ਵਿਆਪੀ ਪਾਰਟੀ ਹੈ। ਅਜੇ ਵੀ ਇੰਨੇ ਫਾਂਕਾਂ 'ਚ ਵੱਡੇ ਹੋਣ ਦੇ ਬਾਵਜੂਦ, ਸਿਆਸਤ ਇੰਨੀ ਧਿਰਾਂ 'ਚ ਵੰਡੇ ਹੋਣ ਦੇ ਬਾਵਜੂਦ 200 ਸੀਟਾਂ ਦੇ ਕਾਂਗਰਸ ਹੀ ਬੀਜੇਪੀ ਨੂੰ ਮੁਕਾਬਲਾ ਦੇ ਰਹੀ ਹੈ। 200 ਸੀਟਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਤੇ ਭਾਜਪਾ ਵਿੱਚ ਹੈਗਾ। ਸੋ ਕਾਂਗਰਸ ਮੁਕਤ ਭਾਰਤ ਦਾ ਸਲੋਗਨ ਹੈ, ਬੜਾ ਖਤਰਨਾਕ ਸਲੋਗਨ ਹੈਗਾ, ਔਰ ਇਹਦੇ ਰਾਹੀਂ ਭਾਜਪਾ ਸਾਰੇ ਵਿਰੋਧ ਤੋਂ ਮੁਕਤ ਹੋਣਾ ਚਾਹੁੰਦੀ ਹੈਗੀ, ਸਾਰੇ ਦੇਸ਼ ਨੂੰ ਇੱਕ ਪਾਸੇ ਤੋਰਨਾ ਚਾਹੁੰਦੀ ਹੈ। ਉਹ ਪਾਸਾ ਹੈਗਾ ਹਿੰਦੂ ਰਾਸ਼ਟਰ ਬਣਾਉਣ ਦਾ। ਜੇ ਤੁਸੀਂ ਪਿਛਲੇ ਮਹੀਨੇ ਅਖੀਰਲੇ ਹਫਤੇ 'ਚ 22 ਦਸੰਬਰ ਨੂੰ ਜੋ ਧਰਮ ਸੰਸਦ ਹੋਈ ਹੈ ਹਰਿਦੁਆਰ 'ਚ, ਜੋ ਜ਼ਹਿਰੀਲੇ ਉੱਥੇ ਲੈਕਚਰ ਦਿੱਤੇ ਗਏ ਸਾਧੂ ਸੰਤਾਂ ਵੱਲੋਂ, ਜੋ ਰਾਏਗੜ੍ਹ 'ਚ ਛੱਤੀਸਗੜ੍ਹ 'ਚ, ਉਹ ਤਾਂ ਮਤਲਬ ਕਿ ਉਹ ਸੱਚੀ ਧਰਮ ਸੰਸਦ ਹੀ ਸੀਗੀ ਜਿਹੇ ਉੱਥੇ ਭਾਸ਼ਣ ਬਹੁਤ ਘਟੀਆ ਮੁਸਲਮਾਨ ਭਰਾਵਾਂ ਨੂੰ ਵੱਢਣ ਦੀਆਂ ਧਮਕੀਆਂ, ਮਾਰਨ ਦੀਆਂ ਧਮਕੀਆਂ, ਹਥਿਆਰ ਚੁੱਕਣ ਦੀਆਂ ਧਮਕੀਆਂ, ਹਥਿਆਰਾਂ ਦੀ ਟ੍ਰੇਨਿੰਗ ਲੈਣ ਦੀਆਂ ਧਮਕੀਆਂ, ਸਲਾਨਾ ਉੱਥੇ ਸੁਣਾਈਆਂ ਜਾ ਰਹੀਆਂ ਸੀਗੀਆਂ। ਔਰ ਜੋ ਇਸ ਵਾਰ ਈਦ ਨਹੀਂ ਤੁਹਾਨੂੰ ਮਨਾਉਣ ਦੇਣੀ, ਤੁਹਾਨੂੰ ਕ੍ਰਿਸਮਸ ਨਹੀਂ ਮਨਾਉਣ ਦੇਣੀ, ਜੋ ਪਟੌਦੀ ਪਿੰਡ 'ਚ ਹੋਇਆ, ਪਟੌਦੀ ਕਸਬੇ 'ਚ ਹੋਇਆ ਹਰਿਆਣੇ ਵਿੱਚ, ਜੋ ਅਸਾਮ 'ਚ ਹੋਇਆ ਹੈਗਾ, ਜਿਸ ਤਰ੍ਹਾਂ ਇਹ ਕ੍ਰਿਸਮਸ ਦੇ ਦਿਨ ਦਖਲਅੰਦਾਜ਼ੀ ਕੀਤੀ ਗਈ, ਉਹਨਾਂ ਦੇ ਧਾਰਮਿਕ ਸਥਾਨਾਂ 'ਚ ਗੁੰਡਾਗਰਦੀ ਕੀਤੀ ਗਈ, ਉਹਨਾਂ ਨੂੰ ਕ੍ਰਿਸਚਨ ਭਰਾਵਾਂ ਨੂੰ ਮਨਾਉਣ ਤੋਂ ਰੋਕਿਆ ਗਿਆ ਕ੍ਰਿਸਮਸ, ਉਹ ਸਾਰਾ ਕਿਸ ਪਾਸੇ ਸਾਰਾ ਕਰਦਾ ਕਿ ਇਸ ਦੇਸ਼ ਨੂੰ ਇੱਕ ਵਿਸ਼ੇਸ਼ ਰੰਗ 'ਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਰੰਗ ਹੈਗਾ ਭਗਵਾਂ, ਔਰ ਸਾਨੂੰ ਕਿਤੇ ਮਨਜ਼ੂਰ ਨਹੀਂ। ਮੈਂ ਬਤੌਰ ਗਾਂਧੀ, ਬਤੌਰ ਡਾਕਟਰ, ਬਤੌਰ ਇੱਕ ਕਿਸੇ ਦੇ ਨਾਗਰਿਕ ਇਹ ਕਿਤੇ ਮਨਜ਼ੂਰ ਨਹੀਂ ਹੈਗਾ। ਅਤੇ ਇਹਦੇ 'ਚ ਜਿਹੜੀਆਂ ਪਾਰਟੀਆਂ ਭਾਗੀਦਾਰ ਹੈ, ਚਾਹੇ ਉਹ ਪਹਿਲੀ ਭਾਗੀਦਾਰ ਰਹੀਆਂ ਨੇ, ਚਾਹੇ ਅੱਜ ਨਵੇਂ ਜੋਟੀਦਾਰ ਬਣੇ ਨੇ, ਚਾਹੇ ਲੁਕਵੇਂ ਜੋਟੀਦਾਰ ਨੇ ਆਮ ਆਦਮੀ ਪਾਰਟੀ ਵਰਗੇ, ਮੈਂ ਸਭ ਦਾ ਡਟ ਕੇ ਵਿਰੋਧ ਕਰਦਾ। ਪਰ ਉਹ ਤਾਂ ਦਿੱਲੀ 'ਚ ਦਾਅਵਾ ਕਰਦੇ ਆ ਜਾਂ ਬਾਹਰ ਵੀ ਦਾਅਵਾ ਕਰਦੇ ਆ ਕਿ ਅਸੀਂ ਭਾਜਪਾ ਦਾ ਵਿਕਲਪ ਹੀ ਅਸੀਂ, ਉਹ ਤਾਂ ਕਹਿੰਦੇ ਕਾਂਗਰਸ ਵਾਲੇ ਮਿਲੇ ਆ। ਇਹ ਨਾ ਜੀ, ਇਹ ਜਿਹੜੀ ਹੈ ਹਿੰਦੂਤਵੀ ਤਾਕਤਾਂ, ਉਹਨਾਂ ਦੀ ਇੱਕ ਸਟ੍ਰੈਟਜੀ ਹੈਗੀ ਹੈ ਕਿ ਜਿਹੜਾ ਰਾਜ ਕੀ ਸਪੇਸ ਹੈਗਾ, ਸਟੇਟ ਦਾ ਹਾਕਮਤਾ ਸਪੇਸ ਹੈ, ਉਹ ਵੀ ਉਹਨਾਂ ਕੋਲ ਰਵੇ, ਜਿਹੜਾ ਵਿਰੋਧੀ ਸਪੇਸ ਹੈਗਾ, ਵਿਰੋਧ ਦਾ ਸਪੇਸ ਹੈ, ਉਹ ਵੀ ਉਹਨਾਂ ਕੋਲ ਰਵੇ। ਸੋ ਜਿੱਥੇ ਤੇ ਕਾਂਗਰਸ ਸੀਗੀ ਉੱਥੇ ਕਾਂਗਰਸ ਨੂੰ ਕੱਢ ਕੇ ਉਹਨਾਂ ਕੋਲ ਉਹ ਆਮ ਆਦਮੀ ਪਾਰਟੀ ਨੂੰ ਸਥਾਪਿਤ ਕਰ ਰਹੇ ਹੈਗੇ। ਦਿੱਲੀ 'ਚ ਕੀਤਾ, ਚੰਡੀਗੜ੍ਹ 'ਚ ਕੀਤਾ, ਪੰਜਾਬ 'ਚ ਕਰਨ ਨੂੰ ਫਿਰਦੇ ਆ, ਉੱਤਰਾਖੰਡ 'ਚ ਕਰਨ ਨੂੰ ਫਿਰਦੇ ਆ, ਗੋਆ 'ਚ ਕਰਨ ਨੂੰ ਫਿਰਦੇ ਆ। ਜਿੱਥੇ ਭਾਜਪਾ ਦੇ ਖਿਲਾਫ ਲੋਕਾਂ ਦਾ ਕੁਛ ਮਾੜਾ ਮੋਟਾ ਗੁੱਸਾ ਆਉਂਦਾ ਹੈਗਾ, ਉਸ ਥਾਂ ਨੂੰ ਮੱਲਣ ਵਾਸਤੇ ਆਮ ਆਦਮੀ ਪਾਰਟੀ ਖੜੀ ਕੀਤੀ ਗਈ। ਜਿਹੜੀ ਇਹ ਸੀ ਮਤਲਬ ਕੀ ਤਾਂ ਹੁਣ ਮੈਂ ਇੱਥੇ ਥੋੜਾ ਜਿਹਾ ਪਾਉਣਾ, ਉਹਦੇ ਪੋਸਟਰ ਬॉय ਆ ਜਿਹੜੇ, ਉਹ ਪ੍ਰਧਾਨ ਮੰਤਰੀ ਮੋਦੀ ਆ ਇਸ ਵਿਚਾਰਧਾਰਾ ਦੇ, ਉਹ ਆਪਦੇ ਪੋਸਟਰ ਬॉय ਨੂੰ ਵੀ ਹਰਾ ਸਕਦੇ ਆ ਜੇ ਲੋੜ ਪਵੇ। ਮਤਲਬ ਤੁਸੀਂ ਜਿਵੇਂ ਬਿਲਕੁਲ ਹਰਾ ਸਕਦੇ ਆ। ਦੇਖੋ ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ। RSS ਇਜ਼ ਐਵਰੀਵੇਅਰ। RSS ਕੱਲੀ ਭਾਜਪਾ 'ਚ ਨਹੀਂ ਹੈਗੀ, RSS ਕਾਂਗਰਸ 'ਚ ਵੀ ਹੈਗੀ ਹੈ, RSS ਆਪ 'ਚ ਵੀ ਹੈਗੀ ਹੈ, RSS ਹਰ ਇੱਕ ਪਾਰਟੀ 'ਚ ਹੈਗੀ ਹੈ। RSS ਬੜੀ ਮਤਲਬ ਉਹਦੇ ਇੱਕ ਪੂਰੀ ਪਲਾਨ ਨਾਲ ਚੱਲਦੇ ਪਏ, ਲੰਬੀ ਪਲਾਨ ਹੈ, ਔਰ ਪਿਛਲੇ 70-80 ਸਾਲ ਦੀ ਪਲਾਨ ਹੈ ਕਿ ਕਿਵੇਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ, ਹਿੰਦੂ ਰਾਸ਼ਟਰ ਬਣਾਉਣਾ। ਔਰ 14 ਜਿਹਨਾਂ ਨੂੰ ਪਹਿਲੀ ਕਾਮਯਾਬੀ ਬਣੀ ਹੈਗੀ ਹੈ। ਮੈਂ ਤਾਂ ਕਈ ਵਾਰ ਪੰਜਾਬ ਦੇ ਲੋਕਾਂ ਕੋਲੋਂ, ਹਿੰਦੁਸਤਾਨ ਲੋਕਾਂ ਕੋਲੋਂ ਮਾਫੀ ਮੰਗ ਚੁੱਕਿਆ ਕਿ ਜਿਹੜੀ ਅੰਨਾ ਹਜ਼ਾਰੇ ਮੂਵਮੈਂਟ ਸੀਗੀ, ਲਹਿਰ ਸੀਗੀ, ਆਮ ਹਾਰੀ ਕਿਤੇ ਹੀ ਨਹੀਂ ਸੀਗੀ। ਇਹ RSS ਸਪੋਂਸਰਡ, ਵਿਵੇਕਾਨੰਦ ਫਾਊਂਡੇਸ਼ਨ ਦੀ ਸਪੋਂਸਰਡ ਇੱਕ ਲਹਿਰ ਸੀਗੀ, ਜਿਸ ਦਾ ਮਕਸਦ ਇੱਕੋ ਇੱਕ ਮਕਸਦ ਭਾਜਪਾ ਨੂੰ ਸੱਤਾ ਕਕਸ਼ ਸਥਾਪਿਤ ਕਰਨਾ ਸੀਗਾ ਪੋਲੀਟੀਕਲ ਆਰਬਿਟ ਵਿੱਚ। ਉਹ 'ਚੋਂ ਕਾਮਯਾਬ ਹੋਏ ਨੇ। ਅਤੇ ਮੈਂ ਚਾਹੇ ਅਣਚਾਹੇ ਮਤਲਬ ਭੋਲੇ ਪੰਚ ਕਹਿ ਲਓ ਜਾਂ ਕੁਛ ਕਰਨ ਦੀ ਇੱਛਾ ਸੀ, ਮਨ 'ਚ ਬਦਲਣ ਦੀ ਇੱਛਾ ਸੀ, ਉਸ ਗਲਤੀ 'ਚੋਂ ਕਹਿ ਲਓ, ਮੈਂ ਉਸ ਲਹਿਰ ਦਾ ਹਿੱਸਾ ਬਣਿਆ ਔਰ ਮੈਂ ਇੱਕ ਅਜਿਹੀ ਪਾਰਟੀ ਨੂੰ ਸਥਾਪਿਤ ਕਰਨ ਵਿੱਚ ਯੋਗਦਾਨ ਪਾਤਾ ਹੈਗਾ ਜਿਹੜਾ ਕਿ ਮੈਨੂੰ ਨਹੀਂ ਸੀ ਪਾਉਣਾ ਚਾਹੀਦਾ ਹੈਗਾ। ਅਤੇ ਬਾਅਦ 'ਚ ਮੈਂ ਬਹੁਤ ਛੇਤੀ, ਮੈਨੂੰ 6 ਮਹੀਨੇ ਬਾਅਦ ਅਹਿਸਾਸ ਹੋ ਗਿਆ ਸੀਗਾ, ਔਰ ਮੈਂ ਆਪਣੀ ਦਰੁਸਤੀ ਕਰ ਲਈ ਸੀਗੀ, ਔਰ ਮੈਂ ਉਸ ਪਾਰਟੀ ਦਾ ਆਪਣਾ ਖਹਿੜਾ ਛੁਡਾ ਲਿਆ ਸੀਗਾ। ਅਤੇ ਕਿਸਾਨਾਂ ਦੀਆਂ ਕੀ ਸੰਭਾਵਨਾ ਲੱਗਦੀਆਂ ਤੁਹਾਨੂੰ ਇਸ? ਦੇਖੋ, ਕਿਸਾਨਾਂ ਕੋਲ ਸੰਭਾਵਨਾਵਾਂ ਬਹੁਤ ਨੇ, ਕਿਉਂਕਿ ਇੱਕ ਤਾਂ ਜਿਹੜੀ ਟਰੈਡੀਸ਼ਨਲ ਪਾਰਟੀਆਂ ਦਾ ਵੋਟ ਬੈਂਕ ਹੈ, ਉਹਨਾਂ ਕੋਲ ਇਨਫਰਾਸਟਰਕਚਰ ਹੈਗੀ ਹੈ, ਉਹਨਾਂ ਕੋਲ ਪੱਕਾ ਵੋਟ ਬੈਂਕ ਹੈ। ਉਹ ਉਹਨਾਂ ਕੋਲ ਇਸ ਕਰਕੇ ਕਿ ਉਹਨਾਂ ਦੇ ਪਿੰਡ ਉਹਨਾਂ ਕੋਲ ਇਕਾਈਆਂ ਨੇ, ਪੁਰਾਣਾ ਤਾਣਾ ਬਾਣਾ ਹੈਗਾ। ਕਿਸਾਨਾਂ ਕੋਲ ਵੀ ਇੱਕ ਤਾਣਾ ਬਾਣਾ ਹੈਗਾ, ਚਾਹੇ ਤਾਂ ਜਥੇਬੰਦਕ ਤਾਣਾ ਬਾਣਾ ਅੰਦੋਲਨ ਤੋਂ ਪਹਿਲਾਂ ਦੱਸੇਗਾ, ਚਾਹੇ ਅੰਦੋਲਨ ਤੋਂ ਬਾਅਦ ਦਾ ਤਾਣਾ ਬਾਣਾ ਜੁੜਿਆ। ਉਸ ਤੋਂ ਇਲਾਵਾ ਜਿਹੜਾ ਕਿਸਾਨ ਅੰਦੋਲਨ ਸੀ, ਇਕੱਲਾ ਕਿਸਾਨ ਅੰਦੋਲਨ ਨਾ ਰਹਿ ਕੇ ਇੱਕ ਜਨਤਕ ਅੰਦੋਲਨ ਬਣ ਗਿਆ ਸੀਗਾ। ਸੋ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ, ਸੰਘਰਸ਼ੀਲ ਤਬਕੇ ਉਹਦਾ ਹਿੱਸਾ ਬਣੇ ਸੀਗੇ। ਉਹ ਅੱਜ ਵੀ ਮਤਲਬ ਉਹਦੇ ਨਾਲ ਕਿਸੇ ਨਾ ਕਿਸ ਤਰ੍ਹਾਂ ਲਿੰਕ ਰੱਖੀ ਬੈਠੇ ਆ। ਤੁਸੀਂ ਕਿਹਾ ਵੀ ਪਿੰਡਾਂ ਦੇ ਵਿੱਚ ਉਹਨਾਂ ਦਾ ਤਾਣਾ ਬਾਣਾ, ਸਭ ਤੋਂ ਵੱਧ ਰਿਸਪੌਂਸ ਮਾਲਵਾ ਕਰਦਾ। ਤੁਸੀਂ ਵੀ ਮਾਲਵਾ ਤੋਂ MP ਰਹੇ, ਪਿੰਡਾਂ 'ਚ ਬੇਤਹਾਸ਼ਾ ਰਿਸਪੌਂਸ ਮਿਲਿਆ, ਅਰਬਨ 'ਚ ਵੀ ਮਿਲਿਆ ਉਦੋਂ, ਉਹ ਮਾਹੌਲ ਇਹੋ ਜਿਹਾ ਸੀ, ਹੈ ਨਾ। ਹੁਣ
ਇੱਥੇ ਕੀ ਹੈ ਕਿ ਸੰਗਰੂਰ ਬਰਨਾਲਾ ਮੈਨੂੰ ਲੱਗਦਾ ਉਦੋਂ ਵੀ ਫਾਰਵਰਡ ਕਹ ਲਓ ਜਾਂ ਵੱਖਰੇ ਆ ਰਿਐਕਟ ਕਰਦੇ ਆ ਹਨਾ, ਲੋਕ ਲਹਿਰ ਨੂੰ ਸਪੋਰਟ ਕਰਦੇ ਮੈਂ ਸਮਝ ਗਿਆ। ਪਰ ਉੱਥੋਂ ਦੀ ਜਿਹੜੀ ਮੇਨ ਜਥੇਬੰਦੀ ਆ ਉਗਰਾਹਾਂ, ਯੈਸ, ਉਹ ਕਹਿੰਦੀ ਅਸੀਂ ਇਲੈਕਸ਼ਨ 'ਚ ਨਹੀਂ ਆਉਂਦੇ। ਯੈਸ, ਹੁਣ ਮੈਂ ਫਰੀਦਕੋਟ ਦੀ, ਬਠਿੰਡੇ ਦੇ ਵਿੱਚ ਉੱਥੇ ਉਗਰਾਹਾਂ ਵੀ ਆ, ਉੱਥੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੀ ਆ, ਬਿਲਕੁਲ ਬਿਲਕੁਲ, ਉਹ ਵੱਖ ਹੋ ਗਏ। ਮਤਲਬ ਮੇਰੇ ਕਹਿਣ ਦਾ ਮਤਲਬ ਆ ਵੀ ਜਿਹੜੇ ਖਿੱਤੇ ਦੇ ਵਿੱਚ ਇਹਦੀ ਸਭ ਤੋਂ ਵੱਧ ਸੰਭਾਵਨਾ ਹੈ, ਉੱਥੇ ਸਭ ਤੋਂ ਵੱਧ ਡੋਮੀਨੇਟ ਕਰਨ ਵਾਲੀਆਂ ਜਥੇਬੰਦੀਆਂ ਤਾਂ ਇਲੈਕਸ਼ਨ ਨਹੀਂ ਲੜ ਰਹੀਆਂ, ਉਹ ਵੋਟ ਕਿਵੇਂ ਆਊਗੀ ਫਿਰ? ਦੇਖੋ ਹੁਣ ਚਾਹੇ ਜਥੇਬੰਦੀਆਂ ਅਫੀਸ਼ੀਅਲ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਆ ਅਧਿਕਾਰਕ ਤੌਰ ਤੇ ਇਲੈਕਸ਼ਨ ਨਹੀਂ ਲੜਦੀਆਂ ਹੈਗੀਆਂ, ਪਰ ਇਹ ਵੀ ਹਕੀਕਤ ਹੈ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਉਹ ਵੋਟ ਪਾਉਂਦਾ ਹੈਗਾ। ਮਤਲਬ ਸਾਰੇ ਮਾਲਵੇ 'ਚ ਵੋਟ ਪ੍ਰਤੀਸ਼ਤ 70-72% ਰਹੀ ਹੈ, ਮਤਲਬ ਆਮ ਸਮਿਆਂ ਵਿੱਚ ਵੀ, ਤੇ ਇਸ ਕਰਕੇ ਮਤਲਬ ਵੋਟ ਤਾਂ ਉਹ ਪਾਣਗੇ। ਹੁਣ ਮੇਰਾ ਨਹੀਂ ਖਿਆਲ ਕਿ ਜਦੋਂ ਕਿਸਾਨ ਕੋਈ ਕੈਂਡੀਡੇਟ ਖੜਾ ਹੋਊਗਾ ਜਾਂ ਕਿਸਾਨ ਪੱਖੀ ਲਹਿਰ ਦਾ ਕੋਈ ਕੈਂਡੀਡੇਟ ਖੜਾ ਹੋਊਗਾ ਤਾਂ ਉਹ ਮਤਲਬ ਉਹਨੂੰ ਛੱਡ ਕੇ ਜਾਂ ਨਕਾਰ ਕੇ ਕਿਸੇ ਹੋਰ ਪਾਰਟੀ ਨੂੰ ਵੋਟ ਪਾਣਗੇ। ਮੇਰੇ ਜਿਹੜੀ ਹੁੰਦਾ ਥਰਡ ਸੈਂਸ ਜਿਹੜੀ ਮਤਲਬ ਸੁੱਤੇ ਸਿੱਧ ਮੇਰਾ ਦਿਮਾਗ 'ਚ ਆਉਂਦੀ ਹੈ ਕਿ ਉਹ ਜ਼ਰੂਰ ਕਿਸਾਨ ਪੱਖੀ ਕੈਂਡੀਡੇਟ ਨੂੰ ਜਾਂ ਕਿਸਾਨ ਵੀਰ ਨੂੰ ਹੀ ਵੋਟ ਪਾਣਗੇ, ਚਾਹੇ ਉਹਨਾਂ ਦੀ ਮਤਲਬ ਅਫੀਸ਼ੀਅਲ ਲਾਈਨ ਕੁਝ ਵੀ ਹੋ ਕਿਉਂ ਨਾ ਹੋਵੇ। ਹਾਂ, ਪਰ ਉਹਦਾ ਨੁਕਸਾਨ ਕਿਹਨੂੰ ਹੈ ਜੇ ਆਪਾਂ ਪੋਲੀਟੀਕਲੀ ਦੇਖੀਏ ਕਿ ਸਾਰਿਆਂ ਨੂੰ ਹੋਊਗਾ ਕਿਉਂਕਿ ਜਿਨ੍ਹਾਂ ਦਾ ਵੀ ਕਿਸਾਨੀ ਜਧਾਰ ਹੈਗਾ ਹੈ, ਜਿਹਦੇ 'ਚ ਅਕਾਲੀ ਦਲ ਵੱਡੀ ਪੱਧਰ ਤੇ, ਦੂਜੇ ਨੰਬਰ ਤੇ ਕਾਂਗਰਸ, ਤੇ ਤੀਜੇ ਫਿਰ ਆਮ ਆਦਮੀ ਪਾਰਟੀ। ਪਰ ਇਹ ਵੀ ਤਾਂ ਹੁੰਦਾ ਨਾ ਡਾਕਟਰ ਸਾਹਿਬ ਕਿ ਆਪਾਂ ਇਲੈਕਸ਼ਨ ਵੇਲੇ ਤੱਕ ਇਹ ਦੇਖਦੇ ਆ ਕਿ ਲੋਕ ਪਛੜਨੇ ਸ਼ੁਰੂ ਹੋ ਜਾਣ ਤਾਂ ਫਿਰ ਉਹ ਪਛੜਦੇ ਜਾਂਦੇ ਆ। ਹਾਂ, ਮਤਲਬ ਪੰਜਾਬ ਦੇ ਵਿੱਚ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਾ 2-2.5 ਮਹੀਨੇ ਐਂ ਲੱਗਦਾ ਹੁੰਦਾ ਵੀ 5-6 ਪਲੇਅਰ ਹੈ। ਯੈਸ ਯੈਸ। ਫਿਰ ਜਦੋਂ 2 ਮਹੀਨੇ ਰਹਿ ਜਾਂਦੇ ਆ ਉਦੋਂ ਲੱਗਦਾ ਵੀ ਨਹੀਂ ਯਾਰ 4 ਰਹਿ ਗਏ ਹਨਾ, 2 ਨਿਕਲ ਜਾਂਦੇ ਆ, ਤੇ ਇਲੈਕਸ਼ਨ ਫਿਰ ਅਸੀਂ ਦੇਖਦੇ ਆ ਵੀ ਬਸ 2 ਅੰਕ ਦੇ ਵਿੱਚ ਹੀ ਰਹਿੰਦਾ ਹੈ ਜ਼ਿਆਦਾਤਰ। ਇਹ ਹਮੇਸ਼ਾ ਹੀ ਹੁੰਦਾ ਹੈਗਾ ਕਿਉਂਕਿ ਜਿਉਂ-ਜਿਉਂ ਇਲੈਕਸ਼ਨ ਨੇੜੇ ਆਉਂਦਾ ਜਾਂਦਾ ਇੱਥੇ ਹੋਣਾ ਵੀ ਕਿਸਾਨ ਜਥੇਬੰਦੀਆਂ ਕੀ ਉਹ 2 ਚ ਆ ਸਕਣਗੀਆਂ। ਦੇਖੋ ਇਹਨਾਂ ਦਾ ਕੁਐਸਚਨ ਇਹ ਹੈ ਕਿ ਕਿੰਨੀ ਹੁਣੇ ਤੱਦੀ ਦਿਖਾਣੀਆਂ ਹੈਗੀਆਂ, ਕਿੰਨੀ ਤੇਜ਼ੀ ਦਿਖਾਣੀਆਂ ਹੈਗੀਆਂ, ਕਿਉਂਕਿ ਚਰਚਾ ਘਰ ਹੈਗੀ ਹੈ, ਬੰਦੇ ਘਰ ਹੈਗੇ ਆ ਜਾਂ ਪਿੰਡ ਬੰਦੇ ਹੈਗੇ ਆ, ਤੇ ਹੁਣ ਇਹ ਕਿੰਨੀ ਮੁਸਤੈਦੀ ਨਾਲ ਇਹ ਮਤਲਬ ਇਸ ਕੰਮ 'ਚ ਲੱਗਦੇ ਹੈਗੇ ਆ, ਔਰ ਕਿੰਨੀ ਇਹ ਯੂਨਿਟੀ ਦਿਖਾਉਂਦੇ ਹੈਗੇ ਆ, ਔਰ ਕਿੰਨੀ ਸਪਸ਼ਟਤਾ ਦਿਖਾਉਂਦੇ ਹੈਗੇ, ਕਿੰਨੀ ਦ੍ਰਿੜਤਾ ਦਿਖਾਉਂਦੇ ਆ। ਹੁਣ ਡਿੱਕੇ ਡੋਲੇ ਖਾਣ ਦਾ ਸਮਾਂ ਖਤਮ ਹੋ ਗਿਆ, ਹੁਣ ਸਾਫ਼ ਸਟੈਂਡ ਲੈਣ ਦੀ ਲੋੜ ਹੈਗੀ ਹੈ, ਔਰ ਪੰਜਾਬ ਪੱਖੀ ਜਿਹੜਾ ਅੰਦੋਲਨ ਹੈਗਾ ਇਹਦੀ ਜਿਹੜੀ ਧਾਰ ਹੈਗੀ ਹੈ, ਉਹ ਜਿਹੜੀ ਕਿਸਾਨੀ ਮੰਗਾਂ ਹੁਣ ਕਿਸੇ ਨਾ ਕਿਸੇ ਰੂਪ 'ਚ ਉਹ ਨਹੀਂ ਬਣਨੀ ਹੈਗੀਆਂ, ਉਹ ਕਿਸਾਨੀ ਸੰਕਟ ਬਣਨਾ। ਕੁੱਲ ਕਿਸਾਨੀ ਸੰਕਟ ਹੈ ਕੀ ਹੈ? ਜਿਵੇਂ ਫਸਲੀ ਚੱਕਰ ਬਦਲਣਾ ਹੈਗਾ, ਪਾਣੀ ਦਾ ਸੰਕਟ ਹੈ, ਉਹਨੂੰ ਮੁੱਦਾ ਬਣਾਉਣ ਦੀ ਲੋੜ ਹੈ। ਪੰਜਾਬ ਦੇ ਅਧਿਕਾਰਾਂ ਨੂੰ, ਪੰਜਾਬ ਦੇ ਫੈਡਰਲ ਅਧਿਕਾਰ ਮੁੱਦਾ ਬਣਾਉਣ ਦੀ ਲੋੜ ਹੈ, ਉਹਦੇ ਦੁਆਲੇ ਚੋਣਾਂ ਲੜਨੀਆਂ ਚਾਹੀਦੀਆਂ ਹੈਗੀਆਂ, ਔਰ ਬਿਲਕੁਲ ਹੁਣ ਢਿੱਲ ਮੱਠ ਨਹੀਂ ਵਰਤਣੀ ਚਾਹੀਦੀ। ਜਿੰਨੀ ਕੁ ਵੀ ਢਿੱਲ ਮੱਠ ਵਰਤ ਲਈ ਉਹਦਾ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਵਾਸਤੇ ਮਤਲਬ ਜਿਹਨੂੰ ਕਹਿੰਦੇ ਨਾ ਆਪਣੀਆਂ ਜਿਹੜੀਆਂ ਕੋਸ਼ਾਂ ਉਹਨਾਂ ਨੂੰ ਮਤਲਬ ਜਰਬਾਂ ਦੇਣੀਆਂ ਚਾਹੀਦੀਆਂ, ਉਹਨਾਂ ਨੂੰ ਬਹੁਤ ਤੇਜ਼ੀ ਨਾਲ ਵਧਾਉਣਾ ਚਾਹੀਦਾ, ਤਾਂ ਜਾ ਕੇ ਜਿਹੜੀ ਪਿਛਲੇ ਸਮੇਂ ਦੀ ਭਰਪਾਈ ਹੈ ਉਹ ਹੋ ਪਾਊਗੀ। ਰਾਜੇਵਾਲ ਸਾਹਿਬ ਕਹਿੰਦੇ ਪੰਜਾਬ ਦੇ ਬਹੁਤ ਸਾਰੇ ਪੰਜਾਬ ਪੱਖੀ ਬੰਦਿਆਂ ਨਾਲ ਸਾਡੀ ਗੱਲ ਹੋ ਰਹੀ ਆ, ਉਹ ਸਾਡੇ ਨਾਲ ਵੀ ਆ ਰਿਹਾ, ਤੁਹਾਡੀ ਵੀ ਕੋਈ ਗੱਲ ਚੱਲੀ ਹੈ? ਮੇਰੀ ਰਾਜਪਾਲ ਸਾਹਿਬ ਨਾਲ ਤਾਂ ਨਹੀਂ ਹੋਈ, ਪਰ ਬਾਕੀ ਜਿਹੜੀ ਜਥੇਬੰਦੀਆਂ ਰੂਲਦੂ ਸਿੰਘ ਮਾਨਸਾ ਉਹਨਾਂ ਨਾਲ ਗੱਲਬਾਤ ਹੋਈ ਹੈ, ਮੈਂ ਜਲੰਧਰ ਗਿਆ ਸੀ, ਕੁਲਵੰਤ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਹੈ, ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੀ ਮਦਦ ਦੀ ਜਥੇਬੰਦੀਆਂ ਹੋਰ ਆਈਆਂ ਨੇ ਉਹਨਾਂ ਨਾਲ ਗੱਲਬਾਤ ਹੋਈ, ਦਰਜਨਾਂ ਲੋਕਾਂ ਨਾਲ ਗੱਲਬਾਤ ਹੋਈ ਹੈ, ਦਰਜਨਾਂ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ। ਔਰ ਮੈਨੂੰ ਜਲੰਧਰ ਮੈਂ ਗਿਆ ਸੀ, ਦੇਸ਼ ਭਗਤ ਯਾਦਗਾਰ ਹਾਲ ਪਿਛਲੇ ਸੰਡੇ ਦੀ ਗੱਲ ਹੈਗੀ ਹੈ, ਕਾਫੀ ਹਾਂ ਪੱਕੀ ਹੰਗਾਰਾ ਸੀਗਾ। ਔਰ ਮੈਨੂੰ ਉਮੀਦ ਹੈ ਕਿ ਜੇ ਕਾਂਗਰਸ ਮਤਲਬ ਜਿਹੜੇ ਹੈਗੇ ਆ ਕਿਸਾਨ ਜਿਹੜੇ ਮੋਰਚਾ ਹੈਗਾ ਇਹ ਤਨਦੇਹੀ ਨਾਲ, ਇਕਜੁੱਟਤਾ ਨਾਲ, ਮਿਹਨਤ ਨਾਲ ਆਪਣੀਆਂ ਤਾਕਤਾਂ ਝੋਕ ਦਊਗਾ ਤਾਂ ਇਹ ਸਾਰੀਆਂ ਪਾਰਟੀਆਂ ਨੂੰ ਵਕਤ ਪਾਊਗਾ, ਔਰ ਹੋ ਸਕਦਾ ਕਿ ਗਿਣਨਯੋਗ ਮਤਲਬ ਪ੍ਰਾਪਤੀ ਕਰ ਸਕਣ, ਔਰ ਇੱਕ ਪੰਜਾਬ 'ਚ ਇੱਕ ਡਿਸੀਸਿਵ ਜਿਹਨੂੰ ਫੈਸਲਾ ਕੁਨ ਧਿਰ ਦੇ ਤੌਰ 'ਤੇ ਵੀ ਇਹ ਉੱਭਰ ਸਕਦੇ ਹੈਗੇ। ਤੁਹਾਡਾ ਲਾਸਟ ਸਵਾਲ ਆ ਮੇਰਾ, ਤੁਹਾਡਾ ਇੱਕ ਮੁੱਦਾ ਅਫੀਮ ਦੀ ਖੇਤੀ ਵਾਲਾ। ਇਹ ਨਾ ਮੈਂ ਤੁਹਾਨੂੰ ਪਹਿਲੇ ਟੋਕ ਦਿੰਦਾ ਕਿ ਅਫੀਮ ਦੀ ਖੇਤੀ ਮੇਰਾ ਮੁੱਦਾ ਨਹੀਂ ਸੀਗਾ। ਅੱਛਾ, ਇਹ ਕਿਵੇਂ ਆ ਗਿਆ? ਮੇਰਾ ਮੁੱਦਾ ਸੀਗਾ NDPS ਅਮੈਂਡਮੈਂਟ ਬਿੱਲ। ਓਕੇ, ਕਿ ਕਿਉਂਕਿ ਤੁਸੀਂ ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਸੀਗੇ, ਫੀਮ ਭੁੱਕੀ, ਇਹ ਬੈਨ ਕਰਤੇ, ਇਹਨਾਂ ਦੀ ਸਮਗਲਿੰਗ ਹੋਣ ਲੱਗ ਪਈ, ਇਹ ਇੰਨੇ ਮਹਿੰਗੇ ਹੋ ਗਏ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ। ਪੰਜਾਬ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾ ਫੀਮ ਭੁੱਕੀ ਖਾਂਦਾ ਪਿਆ ਸੀ, ਹਰ ਪਿੰਡ 'ਚ 5-7 ਅਮਲੀ ਹੁੰਦੇ ਸੀਗੇ, ਕੋਈ ਪੰਜਾਬ 'ਚ ਨਸ਼ਾ ਸੰਕਟ ਨਹੀਂ ਸੀਗਾ, ਕੋਈ ਨਸ਼ਾ ਨਾਲ ਮਰਿਆ ਨਹੀਂ ਸੀਗਾ। ਅੱਜ ਵੀ ਮੈਂ ਤੁਹਾਨੂੰ ਇੱਦਾਂ ਲੀਡਰ ਗਿਣਾਉਣਾ ਜਿਹੜੇ 70-90 ਸਾਲ ਦੀ ਉਮਰ ਹੈਗੀ, ਇਹਨਾਂ ਨਾਲ ਗੋਲਾ ਖਾਂਦੇ ਨੇ, ਚੰਗੇ ਭਲੇ ਤੁਰੇ ਫਿਰਦੇ ਨੇ। ਸੋ ਕੋਈ ਗੈਰ ਮਾਰੂ ਨਸ਼ਾ ਹੈਗਾ, ਘਾਤਕ ਨਹੀਂ ਹੈਗਾ। ਜੇ ਤੁਸੀਂ ਇਹ ਬੰਦ ਕਰਕੇ ਮਾਫੀਆ ਖੜਾ ਕਰ ਦਿੱਤਾ, ਜਿਹਨੇ ਫਿਰ ਕੱਲੀ ਫੀਮ ਭੁੱਕੀ ਨਹੀਂ ਵੇਚੀ, ਉਹਨੇ ਪਹਿਲਾਂ ਮੈਡੀਕਲ ਨਸ਼ੇ ਲੈ ਕੇ ਆਇਆ ਮਾਰਕੀਟ,
ਫਿਰ ਸਿੰਥੈਟਿਕ ਨਸ਼ੇ ਆਇਆ ਔਰ ਲੱਖਾਂ ਹਜ਼ਾਰਾਂ ਕਰੋੜ ਦਾ ਵਪਾਰ ਜਿਹੜਾ ਸੀਗਾ ਤੁਸੀਂ ਮਾਫੀ ਦਫ਼ਤਰ ਸੌਂਪ ਦਿੱਤਾ ਔਰ ਲੋਕਾਂ ਨੂੰ ਮਾਰ ਦਿੱਤਾ ਹੈਗਾ। ਤੁਹਾਡਾ ਇੱਥੋਂ ਤੱਕ ਸੀ? ਮੇਰਾ ਇੱਥੇ ਤੱਕ ਸੀਗਾ। ਉਹਦੇ ਬਾਅਦ ਗੱਲ ਵੱਧਦੀ ਕਿਸਾਨ ਜਥੇਬੰਦੀਆਂ ਨੇ ਕੁਛ ਕਹਿੰਦਾ ਲੱਖੋਵਾਲ, ਖਾਸ ਕਰਕੇ ਲੱਖੋਵਾਲ ਜਥੇਬੰਦੀਆਂ ਨੇ ਉਹਨਾਂ ਨੇ ਚੁੱਕ ਲਿਆ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਤੇ ਮੈਨੂੰ ਵੀ ਕਿਹਾ, ਮੈਂ ਸਰਕਾਰ ਨੂੰ ਬੇਨਤੀ ਕੀਤੀ ਕਿ ਭਾਈ ਜੇਕਰ ਚਾਂਸ ਹੈਗਾ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਤਰਜ਼ ਤੇ ਪੰਜਾਬ ਨੂੰ ਵੀ ਭਾਈ ਤੁਸੀਂ ਲੋਕਾਂ ਨੂੰ ਇੱਕ ਪੱਟਾ ਦੇ ਕੇ ਦੇਖ ਲਓ। ਉਹਨੇ ਕਿਹਾ ਕਿ ਡਾਕਟਰ ਗਾਂਧੀ ਕਿ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕੌਮਾਂਤਰੀ ਮੰਡੀ ਵਿੱਚ ਫੀਮ ਦੀ ਮੰਗ ਘਟ ਗਈ ਹੈ। ਫੀਮ ਸਭ ਤੋਂ ਪੋਟੈਂਟ ਐਨਰਜੈਟਿਕ ਹੈ, ਦਰਦ ਨਿਵਾਰਕ, ਇਹ ਤੋਂ ਵਧੀਆ ਕੋਈ ਚੀਜ਼ ਦੁਨੀਆ 'ਚ ਅਜੇ ਤੱਕ ਨਹੀਂ ਹੋਈ ਫੀਮ ਤੋਂ ਵਧੀਆ। ਜਿਹੜੇ ਕੈਂਸਰ ਦੇ ਟਰਮੀਨਲੀ ਇਲ ਮਰੀਜ਼ ਹੈ ਨਾ, ਮਰਨ ਲੱਗੇ ਹੁੰਦੇ ਆ, ਚੀਕਾਂ ਮਾਰਦੇ, ਉਹਨਾਂ ਨੂੰ ਅਖੀਰ ਨੂੰ ਫੀਮ ਦਾ ਟੀਕਾ ਲਾਉਣਾ ਪੈਂਦਾ, ਫੀਮ ਜਾਂ ਦੇਣੀ ਪੈਂਦੀ ਹੈਗੀ ਕੈਂਸਰ। ਸੋ ਫੀਮ ਤੋਂ ਵਧੀਆ ਦਰਦ ਨਿਵਾਰਕ ਦਵਾਈਆਂ ਹੋਰ ਆ ਚੁੱਕੀਆਂ ਹੈਗੀਆਂ। ਫੀਮ ਦੀ ਕੌਮਾਂਤਰੀ ਮੰਡੀ ਮਾਰਕੀਟ ਹੈ ਨਹੀਂ ਹੈ ਸਾਡੇ ਕੋਲ। ਫੀਮ ਦੇ 3 ਸਾਲ ਦੇ ਸਟਾਕ ਪਏ ਹੈ। ਅੱਜ ਤਾਂ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਪੱਟੇ ਕੈਂਸਲ ਕਰ ਰਹੇ ਹੈ, ਨਵੇਂ ਰਾਜ ਨੂੰ ਪੱਟੇ ਦੇਣ ਸਾਨੂੰ ਵਾਸਤੇ ਸੰਭਵ ਨਹੀਂ ਹੈਗਾ। ਸੋ ਗੱਲ ਖਤਮ ਸੀ ਉੱਥੇ। ਠੀਕ ਆ, ਮੈਂ ਇਹਨਾਂ ਨੂੰ ਦੱਸਤਾ ਸੀ ਕਿ ਭਾਈ ਇਹ ਨਹੀਂ ਹੋ ਸਕਦਾ ਹੈਗਾ। ਪਰ ਜਿਹੜੇ ਠੇਕੇ ਹੈਗੇ ਸ਼ਰਾਬ ਦੇ ਠੇਕੇ, ਜਿਹੜੀ ਵੱਧ ਘਾਤਕ ਹੈ, ਵੱਧ ਮਾਰੂ ਹੈ, ਵੱਧ ਲੋਕਾਂ ਦੇ ਨੁਕਸਾਨ ਕਰਦੀ ਹੈ, ਦੰਗੇ ਮਤਲਬ ਝਗੜੇ ਕਰਵਾਉਂਦੀ ਹੈ, ਘਰਾਂ 'ਚ ਡੋਮੈਸਟਿਕ ਵਾਇਲੈਂਸ ਹੁੰਦੀ ਹੈ, ਐਕਸੀਡੈਂਟ ਹੁੰਦੇ ਹੈ, ਉਹਦੇ ਤੱਥਾਂ ਸਰਕਾਰ ਥਾਂ ਠੇਕੇ ਖੋਲੀ ਬੈਠੀ ਹੈ। ਜਿਹੜੀ ਫੀਮ ਭੁੱਕੀ ਹੈ ਇਹ ਤਾਂ ਸਾਊ ਨਸ਼ਾ, ਕਮਾਊ ਨਸ਼ਾ ਹੈਗਾ। ਇਹ ਤਾਂ ਲੋਕੀ ਖਾ ਕੇ ਰੰਬਾ ਪਾਲਦਾ, ਕਹੀ ਪਾਲਦਾ, ਰੰਬਾ ਪਾਲਦਾ, ਫੀਮ ਭੁੱਕੀ ਖਾ ਕੇ ਮਾੜੀ ਜੀ। ਤੇ ਸਾਰਾ ਪੰਜਾਬ ਖਾਂਦਾ, ਸਾਰੇ ਪੰਜਾਬ 'ਚ ਇੱਕ ਨਿਸ਼ਚਿਤ ਮਾਤਰਾ ਕੁਝ ਲੋਕ ਖਾਂਦੇ ਸੀਗੇ। ਉਹ ਐਡਾ ਬੜਾ ਮੁੱਦਾ ਬਣਿਆ ਕਿਉਂ ਹੈਗਾ? ਕਿਉਂਕਿ ਉੱਤੇ ਬੈਨ ਲਾਤਾ ਤੁਸੀਂ, NDPS ਅਮੈਂਡਮੈਂਟ, NDPS ਐਕਟ ਲਿਆ ਕੇ 85 'ਚ। ਉਸ ਤੋਂ ਬਾਅਦ ਦੇਖੋ ਤੁਸੀਂ ਪੰਜਾਬ ਜਦੋਂ ਫੀਮ ਭੁੱਕੀ ਦੇ ਬੈਨ ਲੱਗਿਆ, ਜਿਹੜੇ ਮੈਡੀਕਲ ਨਸ਼ੇ ਹੈ, ਗੋਲੀਆਂ ਤੇ ਜਿਹੜੇ ਸਿੰਥੈਟਿਕ ਨਸ਼ੇ ਆ, ਚਿੱਟਾ ਸਮੈਕ, ਉਹ ਤੋਂ ਬਾਅਦ ਬੜੇ ਪੰਜਾਬ 'ਚ। ਪਹਿਲਾਂ ਕਦੀ ਨਹੀਂ ਸੁਣਿਆ ਸੀ ਪੰਜਾਬ 'ਚ ਇੱਕ ਬੰਦਾ ਵੀ ਫੀਮ ਭੁੱਕੀ ਨਾ ਮਰਿਆ ਹੋਵੇ। ਮੇਰੀ ਦਲੀਲ ਇਹ ਸੀ, ਇਹਦੇ ਬਾਰੇ ਮੈਂ ਬਿੱਲ ਪੇਸ਼ ਕੀਤਾ ਸੀਗਾ, ਉਸ ਬਿੱਲ ਸਾਰੇ ਹਿੰਦੁਸਤਾਨ 'ਚ ਗਿਆ। ਤੁਸੀਂ 4 ਪ੍ਰਾਈਵੇਟ ਮੈਂਬਰ ਬਿੱਲ ਲਿਆਂਦੇ ਸੀ? ਮੈਂ 9 ਲਿਆਂਦੇ। 9 ਲਿਆਂਦੇ ਸੀ? ਹਾਂ, 9 ਲਿਆਂਦੇ। ਓਕੇ। ਇੱਕ ਸਭ ਤੋਂ ਇੰਪੋਰਟੈਂਟ 2 ਬਿੱਲ ਸੀਗੇ, ਇੱਕ ਸੀਗਾ ਸਿੱਖ ਮੈਰਿਜ ਬਿੱਲ, ਸਿੱਖ ਮੈਰਿਜ ਬਿੱਲ, ਦੂਜਾ ਸੀਗਾ NDPS ਅਮੈਂਡਮੈਂਟ ਬਿੱਲ। ਸਿੱਖ ਮੈਰਿਜ ਬਿੱਲ 'ਚ ਮੇਰਾ ਦਲੀਲ ਇਹ ਸੀ ਕਿ ਜੇ ਭਾਰਤੀ ਜਮਹੂਰੀਅਤ ਨੂੰ ਚਾਹੀਦਾ ਕਿ ਉਹ ਆਪਣੇ ਜੇ 2.5 ਕਰੋੜ ਸਿੱਖ ਭਰਾ ਹੈਗੇ, ਉਹਨਾਂ ਵਾਸਤੇ ਇੱਕ ਡੈਡੀਕੇਟਡ ਸਮਰਪਿਤ ਇੱਕ ਮੈਰਿਜ ਬਿੱਲ, ਜਿਵੇਂ ਹਿੰਦੂ ਮੈਰਿਜ ਐਕਟ ਹੈਗਾ, ਮੁਸਲਿਮ ਪਰਸਨ ਲਾ ਹੈਗਾ, ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਕਿਉਂ ਤਕਲੀਫ ਕੀ ਹੈ ਭਾਰਤੀ ਸੰਘ ਨੂੰ ਕਿ ਸਿੱਖਾਂ ਵਾਸਤੇ ਇੱਕ ਅਲੱਗ ਮੈਰਿਜ ਬਿੱਲ ਹੋਵੇ? ਜੋ ਕਹਿੰਦੇ ਨੇ ਸਾਡੀਆਂ ਪਰੰਪਰਾਵਾਂ, ਸਾਡੇ ਰਿਵਾਜ, ਸਾਡੇ ਵੱਖਰੇ ਹੈਗੇ, ਤਾਂ ਉਹ ਦਿਓ, ਤੁਸੀਂ ਕਿਉਂ ਨਹੀਂ ਦੇ ਰਹੇ ਤੁਸੀਂ? ਸੋ ਉਹ ਮੈਂ ਬਿੱਲ ਪੇਸ਼ ਕੀਤਾ। ਤੇ ਇੱਕ ਮੈਂ ਦੂਜਾ ਮੇਰਾ ਇੰਪੋਰਟੈਂਟ ਬਿੱਲ ਇਹ ਸੀਗਾ NDPS ਅਮੈਂਡਮੈਂਟ ਬਿੱਲ। ਮੈਂ ਦੇਖਦਾ ਸੀ ਕਿਉਂਕਿ ਮੈਂ ਇੱਕ ਵਾਰੀ ਕੰਪੈਰੀਜ਼ਨ ਕਰ ਰਿਹਾ ਸੀ, ਤਾਂ ਸਭ ਤੋਂ ਵੱਧ ਪ੍ਰਾਈਵੇਟ ਮੈਂਬਰ ਬਿੱਲ ਪੰਜਾਬ 'ਚ ਲਿਆਉਣ ਵਾਲੇ ਤੁਸੀਂ ਸੀ। ਅੱਜ ਤੱਕ ਨਾ ਪਿਛਲੇ 70 ਸਾਲ ਜਦੋਂ ਪਾਰਲੀਮੈਂਟ ਚੱਲੀ ਹੈਗੀ, ਸਭ ਤੋਂ ਵੱਧ ਬਿੱਲ ਮੈਂ ਲੈ ਕੇ ਆਇਆ, 9 ਬਿੱਲ ਮੈਂ ਲੈ ਕੇ ਆਇਆ। ਇੱਕ ਤੁਹਾਨੂੰ ਹੋਰ ਦੱਸਾਂ ਵੀ ਇੱਕ ਉਹ ਤੋਂ ਬਾਅਦ ਜਿਹੜਾ ਇੱਕ ਹੋਰ ਹੋਇਆ, ਹਾਂਜੀ ਨਹੀਂ ਸੌਰੀ, ਉਹ ਤੋਂ ਪਹਿਲਾਂ ਦਾ ਸ਼ਾਇਦ ਸਭ ਤੋਂ ਵਰਸਟ ਪਰਫਾਰਮੈਂਸ ਸੀਗੀ ਜਿਹੜੀ, ਉਹ ਵੈਸੇ ਰਹਿਣ ਵਾਲੇ ਪਟਿਆਲੇ ਦੀ ਸੀਗੇ। ਅੱਛਾ ਜੀ। ਉਹ ਅੰਮ੍ਰਿਤਸਰ ਤੋਂ ਲੜੇ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ। ਠੀਕ ਹੈ ਜੀ। ਤਾਂ ਮਾੜੀ ਵਾਲਿਆਂ 'ਚ ਵੀ ਪਟਿਆਲੇ ਦਾ ਹੀ ਆਇਆ ਸੀ, ਕਿਉਂਕਿ ਉਹਨਾਂ ਦੀ ਹਾਜ਼ਰੀ ਸਭ ਤੋਂ ਘੱਟ ਸੀ। ਸਭ ਤੋਂ ਘੱਟ ਸੀ, ਬਿਲਕੁਲ ਠੀਕ, ਬਿਲਕੁਲ ਠੀਕ। ਤਾਂ ਕੋਈ ਮੈਨੂੰ ਨਹੀਂ ਲੱਗਦਾ ਵੀ ਇਲੈਕਸ਼ਨ 'ਚ ਕੋਈ ਕੰਮ ਕਰਦੇ ਹੋਣੀਆਂ ਇਹ ਗੱਲਾਂ ਜਿਹੜੀਆਂ ਮੈਂ ਕਰ ਰਿਹਾ, ਪਰ ਇਹ ਹੈ ਤਾਂ ਫੈਕਟ ਹੈ ਜੀ। ਫਿਰ ਤੁਹਾਡੇ ਵਰਗੇ ਪੱਤਰਕਾਰ ਕੱਢ ਕੇ ਲਿਆਉਂਦੇ ਨੇ ਥਰੂ RTI, ਬੜਾ ਵਾਕਫੀਤ ਮਿਲਦੀ ਹੈਗੀ ਕਿ ਵੀ ਕਿੱਧਰ ਨੂੰ ਜਾ ਰਹੀ ਗੱਲ, ਕੌਣ ਕੀ ਕਰ ਰਿਹਾ, ਕੌਣ ਕੀ ਕਰ ਰਿਹਾ ਹੈਗਾ। ਤੁਹਾਡੀ ਕਾਰਗੁਜ਼ਾਰੀ ਤੋਂ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕੀ ਕਰ ਰਿਹਾ ਹੈਗਾ। ਪੰਜਾਬ ਦੇ ਮੁੱਦੇ ਅਸੀਂ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮੁੱਦਾ, ਪੰਜਾਬ ਦੀਆਂ ਕਰਜ਼ੇ ਦਾ ਮੁੱਦਾ, ਪੰਜਾਬ ਦੀ ਕਿਸਾਨੀ ਸੰਕਟ, ਸਾਰੇ ਮੁੱਦੇ, ਰੇਲਵੇ ਕਨੈਕਟੀਵਿਟੀ, ਦੇਖੋ ਲਾਈਨ ਡਬਲ ਹੋ ਰਹੀ ਹੈ, ਰਾਜਪੁਰਾ ਬਠਿੰਡਾ ਲਾਈਨ ਡਬਲ ਹੋ ਰਹੀ ਹੈ, ਇਲੈਕਟ੍ਰੀਫਾਈ ਹੋਈ ਹੈ, ਚੰਡੀਗੜ੍ਹ ਤੋਂ ਮੋਹਾਲੀ ਤੱਕ ਜਿਹੜੀ ਲਾਈਨ ਹੈ ਰਾਜਪੁਰੇ ਤੋਂ, ਉਹ ਮੈਂ ਮਨਜ਼ੂਰ ਕਰਾਈ ਹੈਗੀ ਹੈ। ਤੇ ਬਾਕੀ ਇਹ ਪਾਸਪੋਰਟ ਦਫ਼ਤਰ ਖੁੱਲ੍ਹਿਆ, ਮਤਲਬ ਕਿੰਨੇ ਕੁਛ ਕੰਮ ਮੈਂ ਆਪਣੇ ਖਾਤੇ ਪਾ ਸਕਦਾ ਜੇ ਇਸ ਮੁੱਦੇ 'ਤੇ ਗੱਲ ਕਰਨੀ ਹੋਵੇ। ਪਰ ਉਹ ਗੱਲ ਹੈ ਨਾ ਵੀ ਕਿਤੇ ਐਂ ਨਹੀਂ ਲੱਗਦਾ ਵੀ ਉਹ ਚੀਜ਼ ਪ੍ਰੈਜ਼ੈਂਟੇਬਲ ਨਹੀਂ ਹੁੰਦਾ ਅੱਜ ਕੱਲ੍ਹ, ਵੀ ਵਿਕਣਯੋਗ ਨਹੀਂ ਹੈਗਾ ਕੁਛ, ਇਸ ਲਈ ਵੀ ਵਿਛੜ ਜਾਂਦੇ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ।